ਮੈਂ ਤੁਹਾਡਾ ਵੀ ਡਾਕਟਰ ਹਰੀਸ਼ ਮਲਹੋਤਰਾ ਅੱਜ ਫਿਰ ਤੁਹਾਡੇ ਲਈ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਜਾਂ ਤਾਂ ਕਿਸੇ ਮਹਾਨ ਸ਼ਖਸੀਅਤ ਬਾਰੇ ਗੱਲ ਕਰਦਾ ਜਿਨ੍ਹਾਂ ਬਾਰੇ ਸ਼ਾਇਦ ਕਦੀ ਕਿਸੇ ਟੈਲੀਵਿਜ਼ਨ 'ਤੇ ਜਾਂ ਰੇਡੀਓ 'ਤੇ ਗੱਲ ਨਾ ਹੁੰਦੀ ਹੋਵੇ, ਅਤੇ ਜਾਂ ਉਹੋ ਜਿਹੇ ਮਸਲੇ ਜਿਹੜੇ ਕਿ ਸਾਡੇ ਸਮਾਜ ਨਾਲ ਕੰਸਰਨ ਹੁੰਦੇ ਆ ਉਹ ਲੈ ਕੇ ਆਉਣਾ, ਅਤੇ ਉਹਨਾਂ ਬਾਰੇ ਵੀ ਸ਼ਾਇਦ ਬੜੀ ਘੱਟ ਗੱਲ ਹੁੰਦੀ ਹੋਵੇ। ਅਤੇ ਅੱਜ ਵੀ ਮੈਂ ਇੱਕ ਇਹੋ ਜਿਹਾ ਹੀ ਮਸਲਾ ਤੁਹਾਡੇ ਨਾਲ ਜਿਹੜਾ ਉਹ ਲੈ ਕੇ ਆਇਆ ਹੈਗਾ, ਤੁਹਾਡੇ ਸਾਹਮਣੇ ਲੈ ਕੇ ਆਊਂਗਾ, ਜਿਹਦੇ ਬਾਰੇ ਆਪਾਂ ਡਿਸਕਸ਼ਨ ਕਰਨੀ ਹੈ, ਡਿਸਕੋਰਸ ਰਚਾਉਣਾ ਹੈਗਾ ਅਤੇ ਉਹਦੇ ਬਾਰੇ ਆਪਾਂ ਬਹਿਸ ਕਰਨੀ ਹੈ। ਇਹ ਆਰਟੀਕਲ ਮੈਂ ਥੋੜ੍ਹੇ ਦਿਨ ਹੋਏ ਅਤੇ ਲਿਖਿਆ ਸੀ, ਅਤੇ ਮੈਂ ਸੋਚਿਆ ਲੈ ਵੀ ਅੱਜ ਤੁਹਾਡੇ ਨਾਲ ਇਹਦੇ ਬਾਰੇ ਗੱਲ ਕਰਾਂ, ਕਿਉਂਕਿ ਅੱਜ ਕੱਲ੍ਹ ਵਿਆਹਾਂ ਦਾ ਅਤੇ ਜਿਹੜਾ ਹੈਗਾ ਖੁਸ਼ੀਆਂ ਦਾ ਯਾਨੀ ਕਿ ਬੜਾ ਸੀਜ਼ਨ ਚੱਲ ਰਿਹਾ ਹੈਗਾ, ਜਿੱਥੇ ਲੋਕ ਫੰਕਸ਼ਨਸ ਵਗੈਰਾ ਕਰਦੇ ਹੈ, ਅਤੇ ਉਸ ਮਾਹੌਲ ਦੇ ਨਾਲ ਇਹ ਜਿਹੜਾ ਵਿਸ਼ਾ ਹੈਗਾ ਉਹ ਸੰਬੰਧਿਤ ਹੈ। ਅਤੇ ਇਹ ਪ੍ਰੋਗਰਾਮ ਇਸੇ ਕਰਕੇ ਬੁਲੰਦੀਆਂ 'ਤੇ ਜਾ ਰਿਹਾ ਕਿਉਂਕਿ ਤੁਸੀਂ ਇਹਦੇ ਵਿੱਚ ਬਹੁਤ ਜ਼ਿਆਦਾ ਸ਼ਿਰਕਤ ਕਰਦੇ ਹਾਂ, ਅਤੇ ਮੈਂ ਆਪਣੇ ਸਾਰੇ ਕਾਲਰਸ ਦਾ ਹੁਣ ਤੋਂ ਹੀ ਤਹਿ ਦਿਲ ਤੋਂ ਧੰਨਵਾਦੀ ਹੈਗਾ। ਇੱਕ ਵਾਰੀ ਫਿਰ ਧੰਨਵਾਦ ਕਰੂੰਗਾ ਅਖੀਰ ਦੇ ਵਿੱਚ ਵੀ, ਅਤੇ ਤੁਸੀਂ ਯਾਨੀ ਕਿਹੜੀਆਂ ਕਾਲਸ ਹੈਗੀਆਂ ਹੁਣ ਤੋਂ ਜੇ ਲਾਈਨ ਅਪ ਕਰ ਲਓ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੋਊਂਗਾ ਤਾਂ ਕਿ ਤੁਹਾਨੂੰ ਮੈਂ ਵੱਧ ਤੋਂ ਵੱਧ ਟਾਈਮ ਦੇ ਸਕਾਂ। ਅਤੇ ਕਾਲ ਕਰਨ ਦੇ ਲਈ ਟੈਲੀਫੋਨ ਨੰਬਰ ਜਿਹੜਾ ਹੈਗਾ 0300 770 2246 ਹੈ, ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੋ ਤਾਂ ਫਿਰ ਤੁਹਾਨੂੰ ਇੰਟਰਨੈਸ਼ਨਲ ਕੋਡ ਲਾਉਣ ਤੋਂ ਬਾਅਦ ਸਾਡਾ ਬਰਤਾਨੀਆ ਦਾ ਕੋਡ ਜਿਹੜਾ ਹੈਗਾ 44 ਅਤੇ ਉਸ ਤੋਂ ਬਾਅਦ 300 770 2246 ਨੰਬਰ ਘੁਮਾਉਣਾ ਪਊਗਾ। ਇਹ ਬੜਾ ਜ਼ਰੂਰੀ ਹੈ ਕਿ ਅਸੀਂ ਉਹਨਾਂ ਮਸਲਿਆਂ ਦੀ ਪੁਣਛਾਣ ਜ਼ਰੂਰ ਕਰੀਏ ਜਿਹੜੇ ਤੁਹਾਡੇ ਨਾਲ ਮੇਰੇ ਨਾਲ ਆਪਣੇ ਸਾਰਿਆਂ ਨਾਲ ਸੰਬੰਧਿਤ ਹੁੰਦੇ ਆ, ਅਤੇ ਅਸੀਂ ਇੱਕ ਇਹੋ ਜਿਹਾ ਸਮਾਜ ਦੀ ਸਿਰਜਣਾ ਕਰ ਸਕੀਏ ਜਿੱਥੇ ਕਿ ਸਾਡੀਆਂ ਨਰੋਈਆਂ ਕਦਰਾਂ ਕੀਮਤਾਂ ਦੀ ਬਹੁਤਾਤ ਹੋਵੇ, ਅਤੇ ਉਹਨਾਂ ਨੂੰ ਅਸੀਂ ਆਪਣੀ ਜੀਵਨ ਸ਼ੈਲੀ ਵਿੱਚ ਵੀ ਅਪਣਾਈਏ, ਅਤੇ ਤਾਂ ਕਿ ਅਸੀਂ ਇਹ ਦੱਸ ਸਕੀਏ ਕਿ ਅਸੀਂ ਇੱਕ ਬਹੁਤ ਹੀ ਚੰਗੇ ਇਨਸਾਨ ਹੈਗੇ ਹਾਂ। ਅਤੇ ਮੈਨੂੰ ਇਹ ਵੀ ਉਮੀਦ ਹੈ ਕਿ ਤੁਹਾਡਾ ਪਿਛਲਾ ਹਫ਼ਤਾ ਬਹੁਤ ਖੁਸ਼ੀਆਂ ਅਤੇ ਖੇੜਿਆਂ ਨਾਲ ਭਰਿਆ ਬੀਤਿਆ ਹੋਊਗਾ, ਅਤੇ ਆਉਣ ਵਾਲਾ ਸਮਾਂ ਵੀ ਮੈਂ ਕਾਮਨਾ ਕਰਦਾ ਅਤੇ ਮੈਂ ਆਸ ਕਰਦਾ ਕਿ ਖੁਸ਼ੀਆਂ ਅਤੇ ਖੇੜਿਆਂ ਨਾਲ ਭਰਿਆ ਆਵੇਗਾ। ਮੈਂ ਜਿਹੜਾ ਇਹ ਲੇਖ ਹੈਗਾ ਉਹਨੂੰ ਪਹਿਲਾਂ ਪੜ੍ਹਦਾ, ਅਤੇ ਫਿਰ ਮੈਂ ਤੁਹਾਡੇ ਟੈਲੀਫੋਨਸ ਰਾਹੀਂ ਜਿਹੜਾ ਹੈਗਾ ਇੱਕ ਸੰਵਾਦ, ਇੱਕ ਡਿਸਕੋਰਸ, ਇੱਕ ਡਿਸਕਸ਼ਨ ਜਿਹੜੀ ਹੈਗੀ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਆਰਟੀਕਲ ਦਾ ਜਿਹੜਾ ਨਾਂ ਹੈਗਾ ਉਹ ਮੈਂ ਰੱਖਿਆ ਹੈਗਾ ਅਸ਼ਲੀਲ ਗਾਇਕੀ ਅਤੇ ਅਪਰਾਧ। ਸੰਗੀਤ ਦਾ ਸਾਡੇ ਜੀਵਨ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ। ਇਹ ਸਾਡੇ ਜਜ਼ਬਾਤਾਂ ਉੱਪਰ ਅਸਰ ਕਰਦਾ ਹੈ ਅਤੇ ਕਈ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਵਧੀਆ ਸੰਗੀਤ ਜਿੱਥੇ ਸਕੂਨ ਦਿੰਦਾ ਹੈ, ਉੱਥੇ ਦੂਜੇ ਪਾਸੇ ਅਸ਼ਲੀਲ ਸੰਗੀਤ ਕਦਰਾਂ ਕੀਮਤਾਂ ਨੂੰ ਤੋੜਦਾ ਮਰੋੜਦਾ ਹੈ। ਆਮ ਕਰਕੇ ਦੇਖਣ ਵਿੱਚ ਆਇਆ ਹੈ ਕਿ ਨੌਜਵਾਨ ਮੁੰਡੇ ਕੁੜੀਆਂ ਉੱਤੇ ਸੰਗੀਤ ਦਾ ਅਸਰ ਜ਼ਿਆਦਾ ਪੈਂਦਾ ਹੈ ਅਤੇ ਬਹੁਤੀ ਵਾਰ ਅਸ਼ਲੀਲ ਗਾਇਕੀ ਉਹਨਾਂ ਨੂੰ ਅਪਰਾਧਾਂ ਵੱਲ ਉਤਸ਼ਾਹਿਤ ਕਰਦੀ ਹੈ। ਪੰਜਾਬੀ ਗਾਇਕੀ ਵਿੱਚ ਨਰੋਈਆਂ ਕਦਰਾਂ ਕੀਮਤਾਂ ਵਾਲੇ ਗੀਤ ਅਤੇ ਉਹਨਾਂ ਨੂੰ ਗਾਉਣ ਵਾਲੇ ਵੀ ਹਨ, ਅਤੇ ਇਹ ਵੀ ਸੱਚ ਹੈ ਕਿ ਕੁਝ ਇਹੋ ਜਿਹੇ ਗੀਤ ਲਿਖਣ ਵਾਲੇ ਅਤੇ ਉਹਨਾਂ ਗੀਤਾਂ ਨੂੰ ਗਾਉਣ ਵਾਲੇ ਵੀ ਹਨ ਜਿਹੜੇ ਅਸ਼ਲੀਲਤਾ ਦੀ ਕਤਾਰ ਵਿੱਚ ਆਉਂਦੇ ਹਨ। ਇਹ ਅਸ਼ਲੀਲ ਗੀਤਾਂ ਵਾਲੇ ਸਮਾਜ ਵਿੱਚ ਵੰਡੀਆਂ ਪਾਉਂਦੇ ਹਨ, ਘਟੀਆ ਵਧੀਆ ਦਰਸਾਉਂਦੇ ਹਨ, ਅਤੇ ਖਾਸ ਕਰਕੇ ਬੱਚੀਆਂ ਨੂੰ ਕੇਂਦਰਿਤ ਬਿੰਦੂ ਬਣਾ ਕੇ ਉਹਨਾਂ ਦੇ ਅੰਗਾਂ, ਤੋਰ ਅਤੇ ਕੱਪੜੇ ਪਾਉਣ ਦੇ ਢੰਗ ਤਰੀਕਿਆਂ ਉੱਪਰ ਚੋਟ ਮਾਰਦੇ ਹਨ। ਅੱਜ ਕੱਲ੍ਹ ਦੇ ਬਹੁਤ ਸਾਰੇ ਪੜ੍ਹਾਈ ਲਿਖਾਈ ਵਿੱਚੋਂ ਕੰਗਾਲ ਗੀਤ ਲਿਖਣ ਵਾਲੇ ਅਤੇ ਗਾਉਣ ਵਾਲੇ ਮੁਟਿਆਰਾਂ ਨੂੰ ਘੱਟ ਕੱਪੜੇ ਪਵਾ ਕੇ ਨਾਚ ਕਰਾਉਂਦੇ ਵੀਡੀਓ ਤਿਆਰ ਕਰਵਾ ਕੇ ਲੋਕਾਂ ਨੂੰ ਪਰੋਸ ਰਹੇ ਹਨ। ਨਾਲ ਦੀ ਨਾਲ ਹਥਿਆਰਾਂ ਅਤੇ ਡਰੱਗਸ, ਸ਼ਰਾਬ ਨੂੰ ਹੱਲਾਸ਼ੇਰੀ ਦਿੰਦੇ ਹਨ। ਜਿੱਥੇ ਇਹੋ ਜਿਹੀ ਗਾਇਕੀ ਅਪਰਾਧਾਂ ਨੂੰ ਜਨਮ ਦਿੰਦੀ ਹੈ, ਉੱਥੇ ਸਮਾਜਿਕ ਕਦਰਾਂ ਕੀਮਤਾਂ ਦਾ ਵੀ ਖਿਲਵਾੜ ਕਰਦੀ ਹੈ। ਸਮਾਜ ਪ੍ਰਤੀ ਨਾ ਤਾਂ ਗੀਤ ਲਿਖਣ ਵਾਲਿਆਂ ਦੀ ਕੋਈ ਜ਼ਿੰਮੇਵਾਰੀ ਨਜ਼ਰ ਆਉਂਦੀ ਹੈ ਅਤੇ ਨਾ ਹੀ ਉਹ ਗੀਤ ਗਾਉਣ ਵਾਲਿਆਂ ਦੀ। ਅਜੋਕੀ ਟੈਕਨੋਲੋਜੀ ਨੂੰ ਵਰਤ ਕੇ ਇਹ ਆਪ ਬਣੇ ਆਰਟਿਸਟ ਲੋਕਾਂ ਦਾ ਮਨੋਰੰਜਨ ਕਰਦੇ ਹਨ। ਬਹੁਤੇ ਰੇਡੀਓ, ਟੈਲੀਵਿਜ਼ਨ ਅਤੇ ਡੀਜੇ ਵੀ ਇਹਨਾਂ ਦੀ ਮਸ਼ਹੂਰੀ ਕਰਦੇ ਹਨ। ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਅਤੇ ਜਾਤੀ ਸੂਚਕ ਸ਼ਬਦ ਵਰਤੇ ਜਾਂਦੇ ਹਨ, ਜਿਹਦੇ ਵਿੱਚ ਇਹ ਬਿਲਕੁਲ ਨਹੀਂ ਖਿਆਲ ਰੱਖਿਆ ਜਾਂਦਾ ਕਿ ਇਹਨਾਂ ਗੀਤਾਂ ਨਾਲ ਸਮਾਜ ਵਿੱਚ ਨਫ਼ਰਤ ਫੈਲ ਰਹੀ ਹੈ ਅਤੇ ਮੁਟਿਆਰਾਂ ਨੂੰ ਇੱਕ ਭੋਗ ਦੀ ਵਸਤੂ ਦੇ ਤੌਰ ਉੱਪਰ ਪੇਸ਼ ਕੀਤਾ ਜਾ ਰਿਹਾ ਹੈ। ਇਸ ਗਾਇਕੀ ਅਤੇ ਗੀਤ ਲਿਖਣ ਵਾਲਿਆਂ ਲਈ ਕੋਈ ਸੈਂਸਰ ਬੋਰਡ, ਸ਼ਾਨਾਨਾ ਮਹਿਕਮਾ ਵੀ ਨਹੀਂ ਹੈ ਜੋ ਇਹਨਾਂ ਉੱਪਰ ਪਾਬੰਦੀ ਲਾ ਸਕੇ। ਅਸ਼ਲੀਲ ਗਾਇਕੀ ਬਾਰੇ ਹੇਮਰਾਜ ਸਟੈਨੋ ਹੋਰਾਂ ਦਾ ਲੇਖ ਅਸ਼ਲੀਲ ਗਾਇਕੀ, ਕਾਰਨ ਅਤੇ ਹੱਲ ਤਰਕਸ਼ੀਲ ਮੈਗਜ਼ੀਨ ਦੇ ਜੁਲਾਈ-ਅਗਸਤ 2012 ਦੇ ਅੰਕ ਵਿੱਚ ਛਪਿਆ ਹੈ। ਉਹ ਲਿਖਦੇ ਹਨ, ਅੱਜ ਕੱਲ੍ਹ ਅਸ਼ਲੀਲ ਗਾਇਕੀ ਦਾ ਮੁੱਦਾ ਬੜਾ ਭਖਿਆ ਹੋਇਆ ਹੈ। ਇਸਤਰੀ ਜਾਗਰਤੀ ਮੰਚ ਨੇ ਇਸ ਵਿਰੁੱਧ ਆਵਾਜ਼ ਉਠਾਈ ਹੈ, ਜੋ ਚੰਗੀ ਗੱਲ ਹੈ।
ਅਸੀਂ ਇਸ ਮਸਲੇ ਦੇ ਵੱਖੋ ਵੱਖਰੇ ਪਹਿਲੂਆਂ ਉੱਤੇ ਵਿਚਾਰ ਪੇਸ਼ ਕਰ ਰਹੇ ਹਾਂ। ਗਾਇਕੀ ਇੱਕ ਕਲਾ ਹੈ, ਇਸ ਦਾ ਸੱਭਿਆਚਾਰ ਨਾਲ ਸਿੱਧਾ ਸੰਬੰਧ ਹੁੰਦਾ ਹੈ। ਇਸ ਲਈ ਪਹਿਲਾਂ ਸੱਭਿਆਚਾਰ ਅਤੇ ਗਾਇਕੀ ਦਾ ਸੰਬੰਧ ਵਿਚਾਰਦੇ ਹਾਂ। ਸੱਭਿਆਚਾਰ ਅਤੇ ਗਾਇਕੀ ਦਾ ਸੰਬੰਧ। ਜਗੀਰੂ ਯੁੱਗ ਦੀ ਮਿਸਾਲ ਲਵੋ। ਇਸ ਯੁੱਗ ਵਿੱਚ ਖੇਤੀ ਪੈਦਾਵਾਰ ਮੁੱਖ ਤੌਰ ਉੱਤੇ ਖਪਤ ਲਈ ਹੁੰਦੀ ਹੈ। ਇਸ ਦਾ ਕੁਝ ਹਿੱਸਾ ਹੀ ਵੇਚਣ ਵਟਣ ਲਈ ਹੁੰਦਾ ਹੈ, ਭਾਵ ਪੈਦਾਵਾਰ ਭੋਗਣ ਲਈ ਵੱਧ ਅਤੇ ਵੇਚਣ ਲਈ ਘੱਟ। ਇਸੇ ਕਰਕੇ ਉਦੋਂ ਦੇ ਸੱਭਿਆਚਾਰ ਵਿੱਚ ਵੀ ਭੋਗਵਾਦ ਭਾਰੂ ਹੁੰਦਾ ਹੈ, ਜਿਸ ਕਰਕੇ ਜਗੀਰੂ ਸੱਭਿਆਚਾਰ ਦੀ ਗਾਇਕੀ ਵਿੱਚ ਵੀ ਭੋਗਣ ਦਾ ਅੰਸ਼ ਭਾਰੂ ਰਹਿੰਦਾ ਹੈ। ਇਸ ਦੀਆਂ ਦੋ ਮਿਸਾਲਾਂ ਲੈਂਦੇ ਹਾਂ। ਕੁਲਦੀਪ ਮਾਣਕ ਨੇ ਗੀਤ ਗਾਇਆ, ਬੁੱਲ ਪਪੀਸੀਆਂ ਗੱਲਾਂ ਗਲ ਗਲ ਨਾਰ ਦੀਆਂ। ਇਸੇ ਤਰ੍ਹਾਂ ਹੇਠਲੀ ਕਲੀ ਬੜੀ ਪ੍ਰਚਲਿਤ ਰਹੀ ਹੈ। ਮੈਂ ਬੱਕਰਾ ਦੇਨੀਆਂ ਪੀਰ ਦਾ, ਮੇਰੇ ਸਿਰ ਦਾ ਸਾਈਂ ਮਰੇ। ਕੁੱਤੀ ਮਰੇ ਫਕੀਰ ਦੀ, ਜਿਹੜੀ ਚੌਂ ਚੌਂ ਨਿਤ ਕਰੇ। ਪੰਜ ਸੱਤ ਮਰਨ ਗੁਆਂਢਣਾ ਅਤੇ ਰਹਿੰਦੀਆਂ ਨੂੰ ਤਾਪ ਚੜੇ। ਹੱਟੀ ਜਲੇ ਕਰਾੜ ਦੀ, ਜਿੱਥੇ ਦੀਵਾ ਨਿਤ ਬਲੇ। ਗਲੀਆਂ ਹੋਈ ਨ ਸੁਨੀਆਂ, ਜਿੱਥੇ ਮੇਰਾ ਮਿਰਜ਼ਾ ਯਾਰ ਫਿਰੇ। ਇਹ ਮਿਸਾਲਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਇਸ ਗਾਇਕੀ ਵਿੱਚ ਔਰਤ ਮਰਦ ਦਾ ਭੋਗਣ ਦਾ ਅੰਸ਼ ਭਾਰੂ ਹੈ। ਸੋ ਕਿਸੇ ਵੀ ਵੇਲੇ ਦੀ ਗਾਇਕੀ ਉਸ ਸਮੇਂ ਦੇ ਭਾਰੂ ਸੱਭਿਆਚਾਰ ਤੋਂ ਕੋਈ ਨਿਖੜੀ ਹੋਈ ਨਹੀਂ ਹੁੰਦੀ। ਗਾਇਕੀ ਦਾ ਜਮਾਤੀ ਕਿਰਦਾਰ। ਅਸ਼ਲੀਲ ਗਾਇਕੀ ਕੀ ਹੈ? ਉਹ ਗਾਇਕੀ ਹੈ ਜੋ ਸ਼ੋਭਦੀ ਨਾ ਹੋਵੇ, ਭਾਵ ਇਹ ਕਿ ਜੋ ਲੱਜਾ ਸ਼ਰਮ ਪੈਦਾ ਕਰਦੀ ਹੋਵੇ। ਜਗੀਰੂ ਸਮਾਜ ਦੀ ਮਿਸਾਲ ਲੈਂਦੇ ਹਾਂ। ਉਦੋਂ ਜਗੀਰਦਾਰ ਅਤੇ ਰਜਵਾੜੇ ਸਮਾਜ ਉੱਤੇ ਭਾਰੂ ਸਨ। ਉਹ ਵੱਧ ਤੋਂ ਵੱਧ ਔਰਤਾਂ ਰੱਖਦੇ ਸਨ। ਇਸ ਵਿੱਚੋਂ ਹੀ ਉਹ ਔਰਤ ਦੀ ਸਰੀਰਕ ਸੁੰਦਰਤਾ ਵਾਲੀ ਗਾਇਕ ਨੂੰ ਪ੍ਰਫੁੱਲਿਤ ਕਰਕੇ ਆਨੰਦ ਮਾਣਦੇ ਸਨ, ਔਰਤਾਂ ਦੇ ਮੁਜਰੇ ਕਰਵਾਉਂਦੇ ਸਨ। ਇਸ ਲਈ ਅਜਿਹੀ ਗਾਇਕੀ ਉਹਨਾਂ ਲਈ ਸ਼ਲੀਨ ਸੀ। ਇਸ ਦੇ ਉਲਟ ਵਾਲੀ ਗਾਇਕੀ ਉਹਨਾਂ ਨੂੰ ਆਨੰਦਿਤ ਨਹੀਂ ਸੀ ਕਰਦੀ। ਕਦੇ ਕਿਸੇ ਨੇ ਪੜ੍ਹਿਆ ਸੁਣਿਆ ਨਹੀਂ ਹੋਵੇਗਾ ਕਿ ਜਗੀਰਦਾਰ ਅਤੇ ਰਜਵਾੜਿਆਂ ਨੇ ਆਪਣੇ ਦਰਬਾਰਾਂ ਅੰਦਰ ਲੋਕਾਂ ਦੇ ਨਾਇਕਾਂ ਦੀਆਂ ਵਾਰਾਂ ਗਵਾਈਆਂ ਸਨ। ਇਸ ਲਈ ਜਗੀਰੂ ਯੁੱਗ ਅੰਦਰ ਭੋਗਵਾਦੀ ਅਸ਼ਲੀਲ ਗਾਇਕੀ ਵਾਲਾ ਸੱਭਿਆਚਾਰ ਭਾਰੂ ਰਹਿੰਦਾ ਹੈ। ਇਸੇ ਯੁੱਗ ਵਿੱਚ ਅਸ਼ਲੀਲ ਗਾਇਕੀ ਦੇ ਨਾਲ ਲੋਕ ਪੱਖੀ ਗਾਇਕੀ ਵੀ ਪੈਦਾ ਹੋਈ। ਕਿਉਂ? ਇਹ ਸਮਝਣਾ ਜ਼ਰੂਰੀ ਹੈ। ਜਦੋਂ ਅਸੀਂ ਭਾਰੂ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਅਰਥ ਆਪਣੇ ਆਪ ਹੀ ਇਹ ਬਣ ਜਾਂਦਾ ਹੈ ਕਿ ਇਸ ਵਿੱਚ ਇਸ ਦਾ ਵਿਰੋਧੀ ਅੰਸ਼ ਵੀ ਮੌਜੂਦ ਹੈ। ਇਹ ਵਿਰੋਧੀ ਅੰਸ਼ ਵੀ ਸਮੇਂ ਦੀਆਂ ਸਮਾਜਿਕ, ਆਰਥਿਕ, ਸਿਆਸੀ, ਅੱਗੇ ਤੋਂ ਇਸ ਲਈ ਸਮਾਜਿਕ ਪ੍ਰਬੰਧ ਲਿਖਿਆ ਜਾਵੇਗਾ, ਹਾਲਤਾਂ ਵਿੱਚੋਂ ਹੀ ਜਨਮ ਲੈਂਦਾ ਹੈ। ਉਹ ਕਿਵੇਂ? ਜਗੀਰੂ ਸਮਾਜ ਵਿੱਚ ਜਗੀਰਦਾਰ ਜਾਂ ਰਾਜੇ ਰਜਵਾੜਿਆਂ ਦੁਆਰਾ ਮਿਹਨਤਕਸ਼ ਲੋਕਾਂ ਦੀ ਕਿਰਤ ਦੀ ਲੁੱਟ ਦੀ ਗੱਲ ਪਾਸੇ ਰੱਖਦੇ ਹਾਂ, ਪਰ ਜਦੋਂ ਉਹ ਲੋਕਾਂ ਦੀਆਂ ਬਹੂਆਂ ਬੇਟੀਆਂ ਦੀ ਇੱਜ਼ਤ ਆਬਰੂ ਵੀ ਲੁੱਟਦੇ ਹਨ ਤਾਂ ਇਸ ਵਿੱਚੋਂ ਹੀ ਇਸ ਦਾ ਵਿਰੋਧ ਵੀ ਜਨਮਦਾ ਹੈ। ਕੋਈ ਨਾ ਕੋਈ ਨਾਇਕ ਜਾਂ ਸਮੂਹ ਉੱਠ ਕੇ ਇਸ ਦਾ ਵਿਰੋਧ ਕਰਦਾ ਹੈ। ਮਿਸਾਲ ਦੇ ਤੌਰ ਉੱਤੇ ਜਦੋਂ ਦੁੱਲਾ ਭੱਟੀ ਆਪਣੇ ਇਲਾਕੇ ਦੀ ਉਧਾਲੀ ਕਿਸੇ ਲੜਕੀ ਨੂੰ ਅਗਵਾਕਾਰਾਂ ਤੋਂ ਛੁਡਾ ਕੇ ਉਸ ਦਾ ਵਿਆਹ ਕਰ ਦਿੰਦਾ ਹੈ ਤਾਂ ਲੜਕੀਆਂ ਦੀ ਜ਼ੁਬਾਨ ਉੱਤੇ ਅੱਜ ਤੱਕ ਪ੍ਰਚਲਿਤ ਗੀਤ ਜਨਮਦਾ ਹੈ। ਗੀਤ ਹੈ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ, ਸ਼ੇਰ ਸ਼ੱਕਰ ਪਾਈ ਹੋ। ਇਸ ਤਰ੍ਹਾਂ ਲੋਕ ਵਿਰੋਧੀ ਗਾਇਕੀ ਦੇ ਨਾਲ ਨਾਲ ਲੋਕ ਪੱਖੀ ਗਾਇਕੀ ਦਾ ਅੰਸ਼ ਸ਼ਾਮਲ ਹੋ ਜਾਂਦਾ ਹੈ। ਸੋ ਸਿੱਟਾ ਇਹ ਕਿ ਸਮਾਜਿਕ ਪ੍ਰਬੰਧ ਵਿੱਚ ਪਿਆ ਵਿਰੋਧ ਉਦੋਂ ਦੀ ਗਾਇਕੀ ਵਿੱਚ ਵੀ ਪ੍ਰਗਟ ਹੁੰਦਾ ਰਹਿੰਦਾ ਹੈ। ਇਹ ਗਾਇਕੀ ਉਹ ਹੁੰਦੀ ਹੈ ਜੋ ਸਮੇਂ ਦੀ ਭਾਰੂ ਲੁਟੇਰੀ ਧਿਰ ਦੇ ਹਿੱਤਾਂ ਵਾਲੇ ਸੱਭਿਆਚਾਰ ਦਾ ਅੰਗ ਹੁੰਦੀ ਹੈ, ਅਤੇ ਦੂਸਰੀ ਉਹ ਹੁੰਦੀ ਹੈ ਜੋ ਵਿਸ਼ਾਲ ਮਿਹਨਤਕਸ਼ ਜਨਤਾ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੀ ਹੁੰਦੀ ਹੈ। ਇਸ ਲਈ ਜਿੰਨੀ ਦੇਰ ਤੱਕ ਇਹ ਦੋ ਵਿਰੋਧੀ ਧਿਰਾਂ, ਇੱਕ ਲੁਟੇਰੀ ਅਤੇ ਇੱਕ ਲੁੱਟੇ ਜਾਣ ਵਾਲੀ, ਮੌਜੂਦ ਹਨ, ਉਨਾ ਚਿਰ ਗਾਇਕੀ ਵਿੱਚ ਵੀ ਦੋ ਵਿਰੋਧੀ ਅੰਸ਼ ਮੌਜੂਦ ਰਹਿਣਗੇ। ਨਾਲ ਹੀ ਇਹ ਗੱਲ ਵੀ ਹੈ ਕਿ ਗਾਇਕੀ ਦੀ ਕਲਾ ਵੀ ਇੱਕ ਧਿਰ ਦੇ ਹੱਕ ਵਿੱਚ ਅਤੇ ਦੂਸਰੀ ਦੇ ਵਿਰੋਧ ਵਿੱਚ ਭੁਗਤਦੀ ਰਹੀ ਹੈ ਅਤੇ ਭੁਗਤਦੀ ਰਹੇਗੀ। ਜਿਹੜਾ ਪੱਖ ਲੁਟੇਰੀ ਧਿਰ ਲਈ ਸ਼ਲੀਨ ਹੈ, ਉਹ ਮਿਹਨਤਕਸ਼ ਜਨਤਾ ਲਈ ਅਸ਼ਲੀਲ ਹੈ। ਇਸ ਦੇ ਉਲਟ ਵੀ ਠੀਕ ਹੈ। ਮਿਸਾਲ ਦੇ ਤੌਰ ਉੱਤੇ ਜਗੀਰਦਾਰ ਅਤੇ ਰਜਵਾੜੇ ਆਮ ਜਨਤਾ ਦੀਆਂ ਬਹੂ ਬੇਟੀਆਂ ਨੂੰ ਜ਼ਬਰਦਸਤੀ ਲੈ ਜਾਂਦੇ ਸਨ। ਇਹ ਉਹਨਾਂ ਲਈ ਮਾਣ ਵਾਲਾ ਕਰਮ ਸੀ ਅਤੇ ਇਸ ਦੀ ਤਾਰੀਫ ਕਰਦੀ ਗਾਇਕੀ ਉਹਨਾਂ ਨੂੰ ਆਨੰਦਿਤ ਕਰਦੀ ਸੀ। ਇਸ ਦੇ ਉਲਟ ਆਮ ਜਨਤਾ ਲਈ ਸ਼ਰਮ ਦਾ ਕਾਰਨ ਬਣ ਜਾਂਦਾ ਸੀ ਅਤੇ ਇਸ ਕੁਕਰਮ ਦੀ ਤਾਰੀਫ ਕਰਨ ਵਾਲੀ ਗਾਇਕੀ ਜਨਤਾ ਲਈ ਅਸ਼ਲੀਲ ਬਣ ਜਾਂਦੀ ਸੀ। ਇਸੇ ਕਾਰਨ ਕਰਕੇ ਆਮ ਜਨਤਾ ਦੀਆਂ ਬਹੂ ਬੇਟੀਆਂ ਦੀ ਆਬਰੂ ਬਚਾਉਣ ਵਾਲੇ ਨਾਇਕਾਂ ਦੀਆਂ ਵਾਰਾਂ ਉਹਨਾਂ ਦੇ ਜਜ਼ਬਾਤਾਂ ਦੀਆਂ ਤਰਜਮਾਨੀ ਕਰਦੀਆਂ ਹਨ, ਜਿਸ ਕਰਕੇ ਉਹ ਵਾਰਾਂ ਗਵਾਉਂਦੇ, ਕੰਠ ਕਰਦੇ, ਲਿਖਦੇ, ਲਿਖਾਉਂਦੇ ਅਗਲੀ ਪੀੜ੍ਹੀ ਲਈ ਅੱਗੇ ਤੋਰਦੇ ਰਹਿੰਦੇ ਹਨ। ਸੋ ਗਾਇਕੀ ਨੂੰ ਜਮਾਤੀ ਨਜ਼ਰੀਏ ਤੋਂ ਹੀ ਦੇਖਣਾ ਚਾਹੀਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਜਿਹੜੀ ਗਾਇਕੀ ਲੁਟੇਰੇ ਸੱਭਿਆਚਾਰ ਦਾ ਅੰਗ ਹੁੰਦੀ ਹੈ ਅਤੇ ਲੋਕ ਵਿਰੋਧੀ ਹੁੰਦੀ ਹੈ, ਆਮ ਲੋਕ ਉਸ ਦਾ ਸ਼ਿਕਾਰ ਕਿਉਂ ਹੁੰਦੇ ਹਨ? ਇਹ ਸਵਾਲ ਬਹੁਤ ਹੀ ਅਹਿਮ ਅਤੇ ਵਾਜਬ ਹੈ। ਆਓ ਵਿਚਾਰੀਏ। ਸੱਭਿਆਚਾਰ ਦਾ ਲੋਕਾਂ ਉੱਤੇ ਪ੍ਰਭਾਵ। ਭਾਰੂ ਸੱਭਿਆਚਾਰ ਦਾ ਪ੍ਰਭਾਵ ਹਮੇਸ਼ਾ ਹੀ ਆਮ ਲੋਕਾਂ ਉੱਤੇ, ਭਾਵੇਂ ਇਹ ਕਿੰਨੇ ਸਮੇਂ ਲਈ ਹੋਵੇ, ਹਰ ਹਾਲਤ ਵਿੱਚ ਪੈਂਦਾ ਹੀ ਪੈਂਦਾ ਹੈ। ਇਸ ਦੀ ਇੱਕ ਹੱਡਬੀਤੀ ਸੁਣੋ।
ਬਹੁਤ ਸਾਲ ਹੋਏ ਇੱਕ ਕਾਂਗਰਸੀ ਮੰਤਰੀ ਇੱਕ ਚੋਣ ਜਲਸੇ ਨੂੰ ਸੰਬੋਧਨ ਕਰ ਰਿਹਾ ਸੀ। ਮੰਤਰੀ ਨੇ ਐਲਾਨ ਕੀਤਾ ਕਿ ਟਿਊਬਵੈੱਲ ਲਾਉਣ ਵਾਲੇ ਦਲਿਤਾਂ ਨੂੰ ਸਭ ਤੋਂ ਪਹਿਲਾਂ ਬਿਜਲੀ ਕਨੈਕਸ਼ਨ ਦਿੱਤੇ ਜਾਣਗੇ। ਇਸ ਉੱਤੇ ਦਲਿਤ ਵੀਰਾਂ ਨੇ ਖੁਸ਼ੀ ਵਿੱਚ ਤਾੜੀਆਂ ਮਾਰ ਦਿੱਤੀਆਂ। ਮੈਂ ਵੀ ਉਹਨਾਂ ਵਿਚਕਾਰ ਹੀ ਬੈਠਾ ਸੀ। ਮੈਂ ਮੇਰੇ ਦੁਆਲੇ ਬੈਠੇ ਹੋਏ ਦਲਿਤ ਵੀਰਾਂ ਤੋਂ ਪੁੱਛਿਆ ਕਿ ਜਦ ਉਹਨਾਂ ਕੋਲ ਕੋਈ ਜ਼ਮੀਨ ਹੀ ਨਹੀਂ ਤਾਂ ਉਹ ਟਿਊਬਵੈੱਲ ਕਿੱਥੇ ਲਾਉਣਗੇ। ਮੇਰੀ ਇਹ ਗੱਲ ਸੁਣਦਿਆਂ ਹੀ ਉਹਨਾਂ ਵੀਰਾਂ ਵਿੱਚ ਮਾਯੂਸੀ ਛਾ ਗਈ। ਟਿਊਬਵੈੱਲ ਵਾਲਾ ਉਹਨਾਂ ਦਾ ਕਾਲਪਨਿਕ ਸੰਸਾਰ ਖੁੱਸ ਗਿਆ। ਹੁਣ ਦੇਖੋ, ਉਹਨਾਂ ਕੋਲ ਜ਼ਮੀਨ ਨਾ ਹੋਣ ਦੇ ਬਾਵਜੂਦ ਵੀ ਟਿਊਬਵੈੱਲ ਲਾਉਣ ਨਾਲ ਮਾਨਸਿਕ ਤੌਰ 'ਤੇ ਕਿੰਨੀ ਖੁਸ਼ੀ ਮਹਿਸੂਸ ਕਰ ਬੈਠੇ। ਭਾਵ ਉਹਨਾਂ ਦੀ ਮਾਨਸਿਕਤਾ ਵਿੱਚ ਜਾਇਦਾਦ ਮੋਹ ਕਿੰਨਾ ਵਸਿਆ ਹੋਇਆ ਸੀ। ਇਹ ਇਸ ਗੱਲ ਦੀ ਗਵਾਹੀ ਹੈ ਕਿ ਨਿੱਜੀ ਜਾਇਦਾਦ ਵਾਲੇ ਭਾਰੂ ਸੱਭਿਆਚਾਰ ਦਾ ਜਾਇਦਾਦ ਬਹੂਣੇ ਲੋਕਾਂ ਉੱਤੇ ਵੀ ਅਜਿਹਾ ਪ੍ਰਭਾਵ ਪੈਂਦਾ ਹੈ ਕਿ ਉਹ ਮਾਨਸਿਕ ਤੌਰ 'ਤੇ ਸਾਈਕੋਲੋਜੀਕਲੀ ਜਾਇਦਾਦ ਨਾਲ ਬੱਝੇ ਪਏ ਹੁੰਦੇ ਹਨ। ਹੁਣ ਇਸ ਦਾ ਕਾਰਨ ਦੇਖੀਏ। ਭਾਰੂ ਸੱਭਿਆਚਾਰ ਦੇ ਪ੍ਰਭਾਵ ਪੈਣ ਦਾ ਕਾਰਨ, ਜਿਹੜੀ ਧਿਰ ਸਮਾਜਿਕ ਪ੍ਰਬੰਧ ਉੱਤੇ ਕਾਬਜ਼ ਹੁੰਦੀ ਹੈ ਉਸੇ ਦਾ ਹੀ ਸੱਭਿਆਚਾਰ ਭਾਰੂ ਹੁੰਦਾ ਹੈ। ਕਿਉਂਕਿ ਭਾਰੂ ਧਿਰ ਕੋਲ ਸਾਧਨ ਹੁੰਦੇ ਹਨ ਅਤੇ ਆਪਣੇ ਪੱਖੀ ਸੱਭਿਆਚਾਰ ਨੂੰ ਲਗਾਤਾਰ ਅਤੇ ਜ਼ੋਰ ਸ਼ੋਰ ਨਾਲ ਪ੍ਰਚਾਰਦੀ ਰਹਿੰਦੀ ਹੈ। ਜਿਵੇਂ ਸਮੂਹਨ ਕਰਤਾ ਕਿਸੇ ਵਿਅਕਤੀ ਨੂੰ ਲਗਾਤਾਰ ਸੁਝਾਅ ਦੇ ਜਾਂਦਾ ਹੈ ਅਤੇ ਉਹ ਵਿਅਕਤੀ ਨੀਂਦ ਵਿੱਚ ਚਲਾ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਭਾਰੂ ਸੱਭਿਆਚਾਰ ਸਮਾਜ ਵਿੱਚ ਚਾਰ ਚੁਫੇਰੇ ਛਾਇਆ ਹੋਣ ਕਰਕੇ ਆਮ ਅਤੇ ਵਿਸ਼ਾਲ ਲੋਕਾਈ ਦੀ ਮਾਨਸਿਕਤਾ ਦਾ ਹਿੱਸਾ ਬਣ ਜਾਂਦਾ ਹੈ। ਦੂਸਰਾ, ਆਮ ਜਨਤਾ ਦੇ ਹਿੱਤਾਂ ਵਾਲੀ ਗਾਇਕੀ ਦਾ ਜ਼ੋਰ ਸ਼ੋਰ ਘੱਟ ਹੁੰਦਾ ਹੈ। ਸੋ ਭਾਰੂ ਸੱਭਿਆਚਾਰ ਵਾਲੀ ਗਾਇਕੀ ਦਾ ਭਾਰੂ ਹੋਣਾ ਅਤੇ ਲੋਕ ਪੱਖੀ ਗਾਇਕੀ ਦਾ ਕਮਜ਼ੋਰ ਹੋਣ ਵਰਗੀਆਂ ਠੋਸ ਹਾਲਤਾਂ, ਜਿਨ੍ਹਾਂ ਨੂੰ ਫਲਸਫੇ ਦੀ ਬੋਲੀ ਵਿੱਚ ਪਦਾਰਥਕ ਹਾਲਤਾਂ ਕਿਹਾ ਜਾਂਦਾ ਹੈ, ਹੀ ਲੋਕਾਂ ਦੀ ਮਾਨਸਿਕਤਾ ਉੱਤੇ ਪ੍ਰਭਾਵ ਪਾ ਕੇ ਉਹਨਾਂ ਨੂੰ ਭਾਰੂ ਗਾਇਕੀ ਦਾ ਸ਼ਿਕਾਰ ਬਣਾਉਂਦੀਆਂ ਹਨ। ਨੰਗੇਜਤਾ ਅਤੇ ਅਸ਼ਲੀਲਤਾ ਕੀ ਹੈ ਅਤੇ ਕਿਉਂ ਹੈ? ਕਈ ਵਾਰੀ ਸਿਰਫ ਅਤੇ ਸਿਰਫ ਨੰਗੇਜਤਾ ਨੂੰ ਅਸ਼ਲੀਲ ਗਾਇਕੀ ਵਜੋਂ ਪੇਸ਼ ਕਰਤਾ ਜਾਂਦਾ ਹੈ। ਕੀ ਨੰਗੇਜ ਹੀ ਅਸ਼ਲੀਲਤਾ ਹੈ? ਜੇਕਰ ਨੰਗੇਜ ਹੀ ਅਸ਼ਲੀਲਤਾ ਹੈ ਤਾਂ ਹਰ ਇਨਸਾਨ ਗੁਸਲਖਾਨੇ ਵਿੱਚ ਨਹਾਉਣ ਸਮੇਂ ਅਸ਼ਲੀਲ ਹੁੰਦਾ ਹੈ। ਨਹਾਉਣਾ ਮਨੁੱਖੀ ਸਿਹਤ ਲਈ ਫਾਇਦੇਮੰਦ ਹੈ। ਫਿਰ ਇਹ ਕਰਮ ਅਸ਼ਲੀਲ ਕਿਵੇਂ ਹੋਇਆ? ਹਰ ਪਤੀ ਪਤਨੀ ਸਰੀਰਕ ਸੰਬੰਧਾਂ ਵੇਲੇ ਅਸ਼ਲੀਲ ਹੁੰਦੇ ਹਨ। ਪਤੀ ਪਤਨੀ ਦੇ ਸਰੀਰਕ ਸੰਬੰਧਾਂ ਤੋਂ ਬਿਨਾਂ ਮਨੁੱਖੀ ਨਸਲ ਦੀ ਉਤਪਤੀ ਹੀ ਸੰਭਵ ਨਹੀਂ। ਫਿਰ ਇਹ ਅਸ਼ਲੀਲ ਕਿਵੇਂ ਬਣੀ? ਕਿਵੇਂ ਵੀ ਨਹੀਂ। ਇਸ ਲਈ ਸਿਰਫ ਨੰਗੇਜ ਹੀ ਅਸ਼ਲੀਲਤਾ ਨਹੀਂ। ਹੋਰ ਮਿਸਾਲ ਲਵੋ। ਆਦਿ ਮਾਨਵ ਨੰਗ ਧੜੰਗਾ ਹੀ ਰਹਿੰਦਾ ਸੀ। ਨਾ ਤਾਂ ਉਹ ਤਨ ਢਕਣ ਬਾਰੇ ਚੇਤਨ ਸੀ ਅਤੇ ਨਾ ਹੀ ਉਹ ਕੱਪੜਾ ਬਣਾ ਸਕਿਆ ਸੀ। ਇਸ ਲਈ ਉਹਦੇ ਇਉਂ ਰਹਿਣ ਨੂੰ ਅਸੀਂ ਅਸ਼ਲੀਲਤਾ ਨਹੀਂ ਕਹਿ ਸਕਦੇ। ਪਰ ਅੱਜ ਦਾ ਇਨਸਾਨ ਤਨ ਢਕਣ ਬਾਰੇ ਚੇਤਨ ਵੀ ਹੈ ਅਤੇ ਕੱਪੜਾ ਵੀ ਮੌਜੂਦ ਹੈ। ਇਸ ਲਈ ਅੱਜ ਜੇਕਰ ਕੋਈ ਇਨਸਾਨ ਸੜਕਾਂ 'ਤੇ ਨੰਗਾ ਘੁੰਮਦਾ ਹੈ ਤਾਂ ਇਹ ਉਹਦੀ ਅਸ਼ਲੀਲ ਹਰਕਤ ਹੀ ਕਹਿਲਾਏਗੀ। ਸੋ ਨੰਗੇਜ ਜਦੋਂ ਅਸ਼ਲੀਲਤਾ ਬਣਦਾ ਹੈ, ਇਸ ਦਾ ਫੈਸਲਾ ਹਾਲਤਾਂ ਦੇ ਪ੍ਰਸੰਗ ਵਿੱਚ ਹੀ ਕੀਤਾ ਜਾ ਸਕਦਾ ਹੁੰਦਾ ਹੈ। ਹੋਰ ਲਵੋ। ਅਜੋਕੀ ਗਾਇਕੀ ਵਿੱਚੋਂ ਨੰਗੇਜ ਵਾਲਾ ਪੱਖ ਕੱਢ ਦਿੱਤਾ ਜਾਵੇ ਤਾਂ ਕੀ ਇਹ ਅਸ਼ਲੀਲ ਗਾਇਕੀ ਸ਼ਲੀਨ ਬਣ ਜਾਵੇਗੀ? ਨਹੀਂ, ਬਿਲਕੁਲ ਵੀ ਨਹੀਂ। ਲੋਕ ਕੁਝ ਗੀਤਾਂ ਦੀਆਂ ਕੁਝ ਲਾਈਨਾਂ ਦੇਖੋ, ਜਿਵੇਂ ਜਿੰਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨਹੀਂ, ਓਨੇ ਤੇਰੇ ਯਾਰ ਵੈਰ ਨੇ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਖਾਲੀ ਕਰਕੇ ਮੰਜੇ ਦੇ ਥੱਲੇ ਰੋੜ ਦਿਆਂਗਾ। ਹੁਣ ਇਹਨਾਂ ਵਿੱਚ ਨੰਗੇਜਤਾ ਵਾਲੇ ਦ੍ਰਿਸ਼ ਨਾ ਵੀ ਦਿਖਾਏ ਜਾਣ ਤਾਂ ਵੀ ਇਹ ਗਾਇਕੀ ਅਸ਼ਲੀਲਤਾ ਦੇ ਘੇਰੇ ਵਿੱਚ ਹੀ ਰਹੇਗੀ। ਜਿਵੇਂ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਨੰਗੇਜਤਾ ਅਸ਼ਲੀਲਤਾ ਕਦੋਂ ਬਣਦੀ ਹੈ, ਇਹ ਹਾਲਾਤਾਂ ਦੇ ਪ੍ਰਸੰਗ ਵਿੱਚ ਦੇਖਿਆ ਜਾ ਸਕਦਾ ਹੁੰਦਾ ਹੈ। ਬਿਲਕੁਲ ਇਸੇ ਪੈਮਾਨੇ ਅਨੁਸਾਰ ਜੇਕਰ ਅਸੀਂ ਅੱਜ ਦੇ ਇਨਸਾਨੀ ਸਮਾਜ ਉੱਤੇ ਧਿਆਨ ਮਾਰਦੇ ਹਾਂ ਤਾਂ ਇਹ ਜਿਸ ਸਭਿਅਤਾ ਦੇ ਦੌਰ ਵਿੱਚੋਂ ਗੁਜ਼ਰਿਆ ਹੈ, ਉਸ ਨੂੰ ਇਹ ਤਮੀਜ਼ ਆ ਗਈ ਹੈ ਜਾਂ ਆਉਣੀ ਚਾਹੀਦੀ ਹੈ ਕਿ ਔਰਤ ਵੀ ਮਰਦ ਵਾਂਗ ਹੀ ਬਰਾਬਰ ਦੀ ਇਨਸਾਨ ਹੈ, ਨਾ ਕਿ ਕੋਈ ਵਸਤੂ ਜਾਂ ਕਾਮ ਦਾ ਖਿਡੌਣਾ। ਇਸ ਲਈ ਅੱਜ ਦੀਆਂ ਹਾਲਤਾਂ ਵਿੱਚ ਵੱਧ ਮੁਨਾਫੇ ਦੀ ਖਾਤਰ ਔਰਤਾਂ ਪ੍ਰਤੀ ਨਰਾਦਰ ਭਰੇ ਸ਼ਬਦਾਂ ਵਾਲੇ ਗੀਤ ਅਤੇ ਔਰਤ ਨੂੰ ਅਰਧ ਨੰਗੇਜ ਹਾਲਤ ਵਿੱਚ ਦਿਖਾਉਣਾ ਦੋਨੋਂ ਹੀ ਅਸ਼ਲੀਲਤਾ ਦੇ ਘੇਰੇ ਵਿੱਚ ਆਉਂਦੇ ਹਨ। ਪਰ ਸਾਡੇ ਲਈ ਸਵਾਲ ਇਹ ਹੈ ਕਿ ਇਹ ਕਿਉਂ ਕੀਤਾ ਜਾ ਰਿਹਾ ਹੈ। ਆਪਾਂ ਸਾਰੇ ਦੇਖਦੇ ਹਾਂ ਕਿ ਜਦੋਂ ਕੋਈ ਗਾਇਕ ਗਾਉਂਦਾ ਹੈ ਤਾਂ ਲੋਕ ਅੱਡੀਆਂ ਚੁੱਕ ਕੇ ਉਸ ਦੇ ਮੂੰਹ ਵੱਲ ਦੇਖਦੇ ਹਨ। ਭਲਾ ਕਿਉਂ? ਇਸ ਲਈ ਕਿ ਦੇਖਣ ਵਾਲੀ ਗਿਆਨ ਇੰਦਰੀ ਹੋਰ ਸਭ ਗਿਆਨ ਇੰਦਰੀਆਂ ਨਾਲੋਂ ਸਰੀਰ ਦੇ ਅੰਦਰ ਸਭ ਤੋਂ ਵੱਧ ਸੰਵੇਦਨਾ ਪੈਦਾ ਕਰਦੀ ਹੈ। ਇਹ ਗੱਲ ਤਰਕਸ਼ੀਲਾਂ ਨੇ ਸਾਬਤ ਵੀ ਕੀਤੀ ਹੈ। ਉਹ ਪਹਿਲਾਂ ਅੱਖਾਂ ਬੰਦ ਕਰਾਉਂਦੇ ਹਨ। ਜਦੋਂ ਸਮੂਹਨ ਹੋਣ ਵਾਲਾ ਵਿਅਕਤੀ ਅੱਖਾਂ ਬੰਦ ਕਰ ਲੈਂਦਾ ਹੈ ਤਾਂ ਉਸ ਨੂੰ ਸਿਵਾਏ ਬੋਲਣ ਵਾਲੇ ਤੋਂ ਹੋਰ ਕੁਝ ਮਹਿਸੂਸ ਹੀ ਨਹੀਂ ਹੁੰਦਾ ਅਤੇ ਉਹ ਜਲਦੀ ਸਮੂਹਨ ਨੀਂਦ ਵਿੱਚ ਚਲਾ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸ਼ਲੀਲ ਗਾਇਕੀ ਦੇ ਨਾਲ ਨਾਲ ਔਰਤ ਦਾ ਅਰਧ ਨੰਗੇਜ ਦਿਖਾਇਆ ਜਾਂਦਾ ਹੈ ਤਾਂ ਇਸ ਦਾ ਸਰੋਤਿਆਂ ਉੱਤੇ ਵੱਧ ਮਾਰੂ ਪ੍ਰਭਾਵ ਪੈਂਦਾ ਹੈ। ਅਸ਼ਲੀਲ ਗਾਇਕੀ ਦੇ ਪੈਦਾ ਅਤੇ ਪ੍ਰਫੁੱਲਤ ਹੋਣ ਦਾ ਕਾਰਨ, ਜਿਵੇਂ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਕਿਸੇ ਵੀ ਵੇਲੇ ਦੇ ਸਮਾਜਿਕ ਪ੍ਰਬੰਧ ਵਿੱਚੋਂ ਹੀ ਉਸ ਵੇਲੇ ਦੀ ਗਾਇਕੀ ਭਾਰੂ ਹੁੰਦੀ ਹੈ। ਬਿਲਕੁਲ ਅੱਜ ਵੀ ਇਹੀ ਸੱਚ ਹੈ। ਅੱਜ ਦਾ ਯੁੱਗ ਭਾਰੂ ਤੌਰ ਉੱਤੇ ਸਰਮਾਏਦਾਰੀ ਯੁੱਗ ਹੈ। ਸਰਮਾਏਦਾਰੀ ਯੁੱਗ ਨਿਰੋਲ ਅਤੇ ਨਿਰੋਲ ਮੁਨਾਫੇ ਉੱਪਰ ਆਧਾਰਿਤ ਹੁੰਦਾ ਹੈ।
ਇੱਥੋਂ ਤੱਕ ਕਿ ਸਮਾਜਿਕ ਰਿਸ਼ਤੇ ਵੀ ਮੁਨਾਫੇ ਉੱਤੇ ਹੀ ਟਿਕੇ ਹੋਏ ਹੁੰਦੇ ਹਨ। ਲਓ ਦੇਖੋ ਕਿਵੇਂ। ਕੀ ਅੱਜ ਪਿਓ ਆਪਣੇ ਪੁੱਤਰ ਨੂੰ ਕਤਲ ਨਹੀਂ ਕਰ ਰਿਹਾ? ਕੀ ਪੁੱਤਰ ਆਪਣੇ ਪਿਓ ਨੂੰ ਕਤਲ ਨਹੀਂ ਕਰ ਰਿਹਾ? ਕੀ ਅੱਜ ਲੜਕੀ ਲਈ ਲੜਕਾ ਦੇਖਣ ਵੇਲੇ ਉਸ ਦੀ ਆਮਦਨੀ ਨੂੰ ਮੁੱਖ ਨਹੀਂ ਰੱਖਿਆ ਜਾ ਰਿਹਾ, ਜਾਂ ਇਸ ਦੇ ਉਲਟ ਲੜਕੇ ਲਈ ਚੰਗੀ ਕਮਾਈ ਵਾਲੀ ਲੜਕੀ ਨਹੀਂ ਦੇਖੀ ਜਾ ਰਹੀ? ਕੀ ਅੱਜ ਦੂਰ ਦਰਾਡੇ ਕੰਮ ਕਰਦੇ ਲੜਕੇ ਲੜਕੀਆਂ ਦੇ ਵਿਆਹ ਤਲਾਕ ਵਿੱਚ ਤਬਦੀਲ ਨਹੀਂ ਹੋ ਰਿਹਾ, ਕਿਉਂਕਿ ਕੋਈ ਵੀ ਆਪਣੀ ਆਮਦਨੀ ਨਹੀਂ ਗਵਾਉਣਾ ਚਾਹੁੰਦਾ? ਸੋ ਸਰਮਾਏਦਾਰੀ ਦੌਰ ਵਿੱਚ ਹਰ ਸਮਾਜਿਕ ਰਿਸ਼ਤੇ ਵਿੱਚ ਮੁਨਾਫਾ ਫੈਸਲਾ ਕੁਨ ਬਣ ਜਾਂਦਾ ਹੈ। ਇਹ ਸਰਮਾਏਦਾਰੀ ਯੁੱਗ ਦਾ ਇੱਕ ਮੁੱਖ ਲੱਛਣ ਹੁੰਦਾ ਹੈ। ਇਹੀ ਕਾਰਨ ਹੁੰਦਾ ਹੈ ਕਿ ਸਰਮਾਏਦਾਰੀ ਯੁੱਗ ਵਿੱਚ ਹਰ ਰਿਸ਼ਤਾ, ਹਰ ਪੈਦਾ ਕੀਤੀ ਜਾਣ ਵਾਲੀ ਸ਼ੈ ਮੰਡੀ ਦੇ ਨਿਯਮ ਅਨੁਸਾਰ ਚੱਲਦਾ ਹੈ। ਭਾਵ ਜਿਸ ਦਾ ਮੰਡੀ ਵਿੱਚੋਂ ਜਿੰਨਾ ਚੰਗਾ ਮੁੱਲ ਮਿਲਦਾ ਹੋਵੇ, ਮੁਨਾਫਾ ਹੁੰਦਾ ਹੋਵੇ, ਉਹ ਹੀ ਪ੍ਰਚਲਿਤ ਹੁੰਦਾ ਹੈ ਅਤੇ ਵੱਧਦਾ ਫੁੱਲਦਾ ਹੈ। ਇਹੀ ਅੱਜ ਦੀ ਗਾਇਕੀ ਦੇ ਖੇਤਰ ਵਿੱਚ ਵਾਪਰਿਆ ਹੈ। ਅੱਜ ਕਿਸ ਤਰ੍ਹਾਂ ਦੀ ਗਾਇਕੀ ਮੰਡੀ ਵਿੱਚੋਂ ਕਿੰਨਾ ਮੁਨਾਫਾ ਦੇਵੇਗੀ ਅਤੇ ਕਿਵੇਂ ਦੇਵੇਗੀ, ਇਹ ਗੱਲ ਪ੍ਰਮੁੱਖ ਹੈ। ਔਰਤ ਅਤੇ ਉਸ ਦੇ ਸਰੀਰ ਨੂੰ ਕਿਵੇਂ ਪੇਸ਼ ਕਰਕੇ ਮੰਡੀ ਵਿੱਚ ਵੱਧ ਮੁੱਲ ਪੈ ਸਕਦਾ ਹੈ, ਇਹ ਗਾਇਕੀ ਲਈ ਫੈਸਲਾ ਕੁਨ ਗੱਲ ਹੈ। ਇਸ ਲਈ ਅੱਜ ਦੀ ਗਾਇਕੀ ਦੇ ਨਾਲ ਨਾਲ ਲੜਕੀਆਂ ਨੂੰ ਅਰਧ ਨਗਨ ਹਾਲਤ ਵਿੱਚ ਸਰੀਰ ਉੱਤੇ ਕੁਝ ਲੀਰਾਂ ਨਾਲ ਹੀ ਕਹੋ ਨਚਾਇਆ ਜਾਂਦਾ ਹੈ ਅਤੇ ਉਸ ਦੇ ਅਨੁਸਾਰ ਹੀ ਗੀਤ ਬਣਾਏ ਅਤੇ ਗਾਏ ਜਾ ਰਹੇ ਹਨ। ਔਰਤ ਅਤੇ ਮਰਦ ਦੇ ਭੈਣ ਭਰਾ, ਮਾਂ ਬਾਪ, ਪਤੀ ਪਤਨੀ, ਬਾਪ ਬੇਟੀ ਆਦਿ ਦੇ ਸਾਰੇ ਰਿਸ਼ਤਿਆਂ ਦੀ ਕਸ਼ਿਸ਼ ਅਤੇ ਸਮਾਜਿਕ ਬੁਰਾਈਆਂ ਖਿਲਾਫ ਲੜਨ ਵਾਲਾ ਜੁਝਾਰੂ ਅੰਸ਼ ਅੱਜ ਦੀ ਗਾਇਕੀ ਵਿੱਚੋਂ ਗਾਇਬ ਹੈ, ਕਿਉਂਕਿ ਇਹਨਾਂ ਦਾ ਮੰਡੀ ਵਿੱਚ ਕੋਈ ਮੁੱਲ ਨਹੀਂ ਹੈ। ਇੱਥੇ ਸਵਾਲ ਇਹ ਹੈ ਕਿ ਲੋਕ ਇਸ ਨੂੰ ਪ੍ਰਵਾਨ ਕਿਉਂ ਕਰ ਰਹੇ ਹਨ? ਇਸ ਦੇ ਇੱਕ ਕਾਰਨ ਬਾਰੇ ਤਾਂ ਪਹਿਲਾਂ ਹੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਭਾਰੂ ਸੱਭਿਆਚਾਰ ਦਾ ਲੋਕਾਂ ਉੱਤੇ ਪ੍ਰਭਾਵ ਪੈਂਦਾ ਹੀ ਪੈਂਦਾ ਹੈ। ਪਰ ਅੱਜ ਦੇ ਸਰਮਾਏਦਾਰੀ ਯੁੱਗ ਵਿੱਚ ਇਸ ਦੇ ਕੁਝ ਵਿਸ਼ੇਸ਼ ਕਾਰਨ ਵੀ ਹਨ। ਲਓ ਸੁਣੋ। ਨੰਬਰ 1, ਜਦੋਂ ਸਾਡੇ ਮੁਲਕ ਵਿੱਚ ਅੰਗਰੇਜ਼ ਆਏ ਸਨ ਤਾਂ ਉਹਨਾਂ ਨੇ ਮੁਫਤ ਵਿੱਚ ਚਾਹ ਪਿਉਣੀ ਸ਼ੁਰੂ ਕੀਤੀ ਸੀ। ਕਿਉਂ? ਕਿਉਂਕਿ ਸਰਮਾਏਦਾਰੀ ਨੂੰ ਪਤਾ ਸੀ ਕਿ ਭਾਵੇਂ ਇਹ ਇਨਸਾਨ ਦੀ ਲੋੜ ਨਹੀਂ, ਪਰ ਹੌਲੀ ਹੌਲੀ ਇਹ ਲੋੜ ਬਣ ਜਾਵੇਗੀ। ਇਹ ਚਾਹ ਹੁਣ ਲੋੜ ਬਣ ਵੀ ਗਈ ਹੈ। ਇਸ ਨੂੰ ਮਾਰਕਸਵਾਦ ਝੂਠੀਆਂ ਲੋੜਾਂ, ਫਾਲਸ ਨੀਡਸ ਕਹਿੰਦਾ ਹੈ। ਮਾਰਕਸਵਾਦ ਅਨੁਸਾਰ ਸਰਮਾਏਦਾਰੀ ਪਹਿਲਾਂ ਲੋਕਾਂ ਦੀਆਂ ਝੂਠੀਆਂ ਲੋੜਾਂ ਪੈਦਾ ਕਰਦੀ ਹੈ ਅਤੇ ਫਿਰ ਇਹਨਾਂ ਨੂੰ ਪੂਰੀਆਂ ਕਰਨ ਵੇਲੇ ਉਸ ਵਿੱਚੋਂ ਮੁਨਾਫਾ ਬਟੋਰਦੀ ਹੈ। ਮਾਰਕਸਵਾਦ ਸੱਚ ਤੋਂ ਨਿਬੜਿਆ ਹੈ, ਕਿਉਂਕਿ ਅੱਜ ਦੀ ਚਰਚਾ ਅਧੀਨ ਗਾਇਕੀ ਆਮ ਲੋਕਾਂ ਦੇ ਮਾਰਕਸਵਾਦ ਸੱਚ ਹੋ ਨਿਬੜਿਆ ਹੈ, ਕਿਉਂਕਿ ਅੱਜ ਦੀ ਚਰਚਾ ਅਧੀਨ ਗਾਇਕੀ ਆਮ ਲੋਕਾਂ ਦੇ ਸੋਚ ਸਵਾਦ ਵਾਲੀ ਭਾਵੇਂ ਨਹੀਂ ਸੀ, ਪਰ ਸਰਮਾਏਦਾਰੀ ਨੇ ਹੌਲੀ ਹੌਲੀ ਇਸ ਨੂੰ ਆਮ ਲੋਕਾਂ ਦੀ, ਖਾਸ ਕਰਕੇ ਨੌਜਵਾਨਾਂ ਦੀ ਸੋਚ ਸਵਾਦ ਦੀ ਲੋੜ ਬਣਾਤਾ ਹੈ। ਡੀਜੇ ਦੀ ਮਿਸਾਲ ਲਵੋ। ਇੰਨਾ ਸ਼ੋਰ ਰਸ ਭਿੰਨਾ ਕਦੇ ਨਹੀਂ ਹੋ ਸਕਦਾ, ਪਰ ਅਜੋਕੇ ਸਮੇਂ ਵਿੱਚ ਹਰ ਕੋਈ ਫੋਕੀ ਸ਼ਾਨ ਵਜੋਂ ਜਾਂ ਆਮ ਨੌਜਵਾਨ ਇਸ ਨੂੰ ਸ਼ੌਕ ਵਜੋਂ ਇਸ ਦਾ ਹੋਣਾ ਇੱਕ ਜ਼ਰੂਰੀ ਲੋੜ ਸਮਝਦਾ ਹੈ। ਬਸ ਇਸੇ ਤਰ੍ਹਾਂ ਅੱਜ ਦੀ ਅਸ਼ਲੀਲ ਗਾਇਕੀ ਵੀ ਆਮ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਦੀ ਲੋੜ ਬਣਾ ਦਿੱਤੀ ਗਈ ਹੈ ਅਤੇ ਉਹ ਇਸ ਦਾ ਸ਼ਿਕਾਰ ਹੋਈ ਜਾ ਰਹੇ ਹਨ। ਨੰਬਰ 2, ਗਾਇਕ ਦੀ ਵੀ ਇਹ ਲੋੜ ਬਣ ਗਈ ਹੈ ਕਿ ਉਹ ਉਹੋ ਜਿਹੀ ਅਸ਼ਲੀਲ ਗਾਇਕੀ ਹੀ ਗਾਉਣ ਜਿਹੜੀ ਮੰਡੀ ਵਿੱਚੋਂ ਵੱਧ ਤੋਂ ਵੱਧ ਮੁਨਾਫਾ ਕਮਾਵੇ। ਗਾਇਕੀ ਨਾਲ ਸੰਬੰਧਿਤ ਵੱਡੀਆਂ ਕੰਪਨੀਆਂ ਦੀ ਵੀ ਇਹ ਲੋੜ ਹੈ ਕਿ ਜੇਕਰ ਉਹਨਾਂ ਨੇ ਮੁਨਾਫਾ ਕਮਾਉਣਾ ਹੈ ਤਾਂ ਉਹ ਵੀ ਅਸ਼ਲੀਲ ਗਾਇਕੀ ਦੇ ਗੰਦੇ ਨਾਲੇ ਵਿੱਚ ਚੁੱਭੀ ਮਾਰੀ ਰੱਖਣ। ਨੰਬਰ 3, ਲੁਟੇਰੀ ਜਮਾਤ ਦਾ ਉਹ ਹਿੱਸਾ ਜਿਹੜਾ ਗਾਇਕੀ ਵਿੱਚੋਂ ਸਿੱਧਾ ਮੁਨਾਫਾ ਨਹੀਂ ਵੀ ਬਟੋਰਦਾ, ਉਹਨੂੰ ਇਸ ਦਾ ਹੋਰ ਤਰ੍ਹਾਂ ਨਾਲ ਲਾਭ ਹੁੰਦਾ ਹੈ। ਉਹ ਇਉਂ ਕਿ ਅਸ਼ਲੀਲ ਗਾਇਕੀ ਹਮੇਸ਼ਾ ਹੀ ਆਮ ਲੋਕਾਂ ਦਾ, ਖਾਸ ਕਰਕੇ ਨੌਜਵਾਨਾਂ ਦਾ, ਚੰਗੇ ਸਮਾਜ ਦੀ ਸਿਰਜਣਾ ਲਈ ਜਦੋਜਹਿਦ ਕਰਨ ਦਾ ਕਣ ਮਾਰ ਦਿੰਦੀ ਹੈ। ਇਸ ਤੋਂ ਇਲਾਵਾ ਇਹ ਗਾਇਕੀ ਨੌਜਵਾਨਾਂ ਦੀ ਗੈਂਗ ਮਾਨਸਿਕਤਾ ਬਣਾਉਂਦੀ ਹੈ, ਉਹਨਾਂ ਨੂੰ ਆਪਸ ਵਿੱਚ ਗੈਂਗਾਂ ਦੀ ਲੜਾਈ ਵਿੱਚ ਉਲਝਾ ਦਿੰਦੀ ਹੈ ਅਤੇ ਆਪ ਨਿਸ਼ਚਿੰਤ ਹੋਈ ਆਪਣੀ ਲੁੱਟ ਕਰਦੀ ਹੈ ਅਤੇ ਮੁਨਾਫਾ ਬਟੋਰਦੀ ਰਹਿੰਦੀ ਹੈ। ਇਸੇ ਕਰਕੇ ਸਰਮਾਏਦਾਰੀ ਅਜਿਹੀ ਅਸ਼ਲੀਲ ਗਾਇਕੀ ਨੂੰ ਰੋਕਣ ਦੀ ਥਾਂ ਸਿੱਧੇ ਤੌਰ ਉੱਤੇ ਪ੍ਰਫੁੱਲਿਤ ਕਰਦੀ ਹੈ। ਨੰਬਰ 4, ਇਹ ਵੀ ਕਾਰਨ ਹੈ ਕਿ ਨੌਜਵਾਨਾਂ ਵਿੱਚ ਰਸਾਇਣਿਕ ਤਬਦੀਲੀਆਂ ਤੇਜ਼ੀ ਨਾਲ ਵਾਪਰਦੀਆਂ ਹਨ ਅਤੇ ਹੋਸ਼ ਨਾਲੋਂ ਜੋਸ਼ ਵੱਧ ਹੁੰਦਾ ਹੈ। ਇਹ ਉਲਾਰ ਕਿਸਮ ਦੀ ਗਾਇਕੀ ਉਹਨਾਂ ਦੇ ਜਜ਼ਬਾਤਾਂ ਨੂੰ ਟੁੰਬਦੀ ਹੈ ਅਤੇ ਉਹ ਕੁਝ ਤ੍ਰਿਪਤੀ ਮਹਿਸੂਸ ਕਰਦੇ ਹਨ। ਇਸੇ ਕਰਕੇ ਦੇਖਣ ਵਿੱਚ ਆਇਆ ਹੈ ਕਿ ਪਿਆਰ ਇਸ਼ਕ ਦੇ ਰਿਸ਼ਤਿਆਂ ਵਿੱਚ ਉਹ ਜਾਨ ਤੱਕ ਵਾਰ ਦਿੰਦੇ ਹਨ ਜਾਂ ਕਈ ਕੇਸਾਂ ਵਿੱਚ ਆਤਮ ਘਾਤ ਕਰ ਬੈਠਦੇ ਹਨ। ਇਸ ਕਿਸਮ ਦੀ ਅਸ਼ਲੀਲ ਅਤੇ ਉਕਸਾਊ ਗਾਇਕੀ ਉਹਨਾਂ ਨੂੰ ਇਹਨਾਂ ਕਾਰਜਾਂ ਲਈ ਹੱਲਾਸ਼ੇਰੀ ਦਿੰਦੀ ਹੈ ਅਤੇ ਅਪਰਾਧ ਕਰਾਉਂਦੀ ਹੈ। ਇਹਨਾਂ ਉਪਰੋਕਤ ਕਾਰਨਾਂ ਕਰਕੇ ਹੀ ਅੱਜ ਦੀ ਅਸ਼ਲੀਲ ਗਾਇਕੀ ਪੈਦਾ ਹੋਈ ਹੈ ਅਤੇ ਵੱਧ ਫੁੱਲ ਰਹੀ ਹੈ। ਲੋਕ ਪੱਖੀ ਗਾਇਕੀ। ਜਿਵੇਂ ਪਹਿਲਾਂ ਗੱਲ ਕੀਤੀ ਜਾ ਚੁੱਕੀ ਹੈ ਕਿ ਜੇਕਰ ਸਮਾਜਿਕ ਪ੍ਰਬੰਧ ਉੱਤੇ ਭਾਰੂ ਲੁਟੇਰੀ ਧਿਰ ਹੈ ਤਾਂ ਉਹੋ ਜਿਹੀ ਗਾਇਕੀ ਭਾਰੂ ਹੋਵੇਗੀ ਅਤੇ ਇਹ ਇਨਸਾਨ ਉੱਤੇ ਵੀ ਪ੍ਰਭਾਵ ਪਾਵੇਗੀ। ਇਸ ਸਿਧਾਂਤਕ ਅਸੂਲ ਅਨੁਸਾਰ ਹੀ ਵਿਰੋਧੀ ਭਾਰੂ ਗਾਇਕੀ ਦੇ ਬਦਲ ਵਜੋਂ ਲੋਕ ਪੱਖੀ ਗਾਇਕੀ ਜਨਮ ਲੈਂਦੀ ਹੈ। ਸਮਾਜਿਕ ਪ੍ਰਬੰਧ ਵਿੱਚ ਕਿਰਤ ਦੀ ਲੁੱਟ ਹੋਵੇ ਜਾਂ ਹੋਰ ਕਿਸੇ ਵੀ ਕਿਸਮ ਦਾ ਜਬਰੋ ਜ਼ੁਲਮ ਇਸ ਦਾ ਵਿਰੋਧ ਜਨਮਦਾ ਹੈ ਤਾਂ ਲੋਕ ਪੱਖੀ ਗਾਇਕੀ ਵੀ ਸਾਹਮਣੇ ਆਉਂਦੀ ਹੈ। ਇਹ ਇੱਕ ਸਿਧਾਂਤਕ ਨਿਯਮ ਹੈ ਕਿ ਜੇਕਰ ਹਾਲਤਾਂ ਇਨਸਾਨ ਉੱਤੇ ਪ੍ਰਭਾਵ ਪਾਉਂਦੀਆਂ ਹਨ ਤਾਂ ਇਹਨਾਂ ਹਾਲਤਾਂ ਨੂੰ ਤਬਦੀਲ ਕਰਨ ਵਾਲਾ ਵੀ ਇਨਸਾਨ ਹੀ ਹੁੰਦਾ ਹੈ। ਆਓ ਦੇਖੀਏ ਕਿਵੇਂ। ਅਕਬਰ ਬਾਦਸ਼ਾਹ ਨੇ ਦੁੱਲੇ ਦੇ ਬਾਪ ਦਾਦੇ ਨੂੰ ਲਗਾਨ ਦਾ ਵਿਰੋਧ ਕਰਨ ਵਜੋਂ ਮਾਰ ਦਿੱਤਾ ਸੀ
ਦੁੱਲੇ ਨੇ ਉਸੇ ਜਦੋਜਹਿਦ ਵਾਲੀ ਵਿਰਾਸਤ ਨੂੰ ਅੱਗੇ ਤੋਰਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਅਤੇ ਤਾਂ ਹੀ ਉਹ ਕਿਸਾਨਾਂ ਦਾ ਨਾਇਕ ਬਣਿਆ ਅਤੇ ਦੁੱਲੇ ਦੀਆਂ 12 ਚਾਲੂ ਹੋਈਆਂ। ਸ਼ਹੀਦ ਭਗਤ ਸਿੰਘ ਬਾਰੇ ਵੀ ਇਸੇ ਕਰਕੇ ਗਾਇਆ ਜਾਂਦਾ ਹੈ ਕਿ ਉਸ ਨੇ ਸਮੇਂ ਦੇ ਲੁਟੇਰੇ ਪ੍ਰਬੰਧ ਖਿਲਾਫ ਜਦੋਜਹਿਦ ਕੀਤੀ। ਹੁਣ ਮੰਨ ਲਵੋ ਦੁੱਲੇ ਨੇ ਲਗਾਨ ਦਾ ਵਿਰੋਧ ਨਾ ਕੀਤਾ ਹੁੰਦਾ ਤਾਂ ਕੀ ਉਸ ਦੀਆਂ 12 ਬਣਦੀਆਂ? ਜੇਕਰ ਭਗਤ ਸਿੰਘ ਸ਼ਹੀਦ ਨਾ ਹੋਇਆ ਹੁੰਦਾ ਤਾਂ ਕੀ ਉਸ ਦੇ ਗੁਣਗਾਨ ਕਰਦੇ ਗੀਤ ਗਾਏ ਜਾਂਦੇ? ਇਸ ਕਤਾਰ ਵਿੱਚ ਆਪਾਂ ਸ਼ਹੀਦ ਊਧਮ ਸਿੰਘ ਨੂੰ ਵੀ ਜੋੜ ਸਕਦੇ ਹਾਂ। ਹੁਣ ਇਹਨਾਂ ਉੱਪਰ ਲਿਖੇ ਦੋਨਾਂ ਸਵਾਲਾਂ ਦਾ ਜਵਾਬ ਨਾ ਵਿੱਚ ਹੈ। ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਸਮਾਜਿਕ ਪ੍ਰਬੰਧ ਵਿਰੁੱਧ ਜਦੋਜਹਿਦਾਂ ਚੱਲਦੀਆਂ ਹਨ ਤਾਂ ਉਹਨਾਂ ਦੀ ਤਰਜਮਾਨੀ ਕਰਦੀ ਗਾਇਕੀ ਵੀ ਸਾਹਮਣੇ ਆਉਂਦੀ ਹੈ ਜੋ ਮੋੜਵੇਂ ਰੂਪ ਵਿੱਚ ਉਸ ਜਦੋਜਹਿਦ ਨੂੰ ਹੁਲਾਰਾ ਦੇਣ ਅਤੇ ਅੱਗੇ ਵਧਾਉਣ ਦੀ ਭੂਮਿਕਾ ਨਿਭਾਉਂਦੀ ਹੈ। ਇਸ ਲਈ ਲੋਕ ਪੱਖੀ ਜਦੋਜਹਿਦ ਤੋਂ ਬਿਨਾਂ ਕੋਈ ਵੀ ਲੋਕ ਪੱਖੀ ਗਾਇਕੀ ਨਹੀਂ ਹੋ ਸਕਦੀ। ਜਦੋਂ ਕੁਝ ਹੋਵੇ ਹੀ ਨਾ ਤਾਂ ਚੰਗਾ ਜਾਂ ਮਾੜਾ, ਅਸ਼ਲੀਲ ਜਾਂ ਸ਼ਲੀਲ ਕਿਵੇਂ ਹੋ ਸਕੇਗਾ? ਸੋ ਅੱਜ ਜਦੋਂ ਅਸੀਂ ਧਿਆਨ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਲੋਕ ਪੱਖੀ ਜਦੋਜਹਿਦ ਦਾ ਪਲੜਾ ਭਾਰੂ ਨਹੀਂ ਹੈ, ਜਿਸ ਕਰਕੇ ਲੋਕ ਪੱਖੀ ਗਾਇਕੀ ਵੀ ਅਜੇ ਅਸ਼ਲੀਲ ਗਾਇਕੀ ਤੋਂ ਪਛਾਣ ਰਹਿ ਗਈ ਹੈ। ਇਸ ਲਈ ਸਰਮਾਏਦਾਰੀ ਪ੍ਰਬੰਧ ਖਿਲਾਫ ਜਦੋਜਹਿਦ ਜਿੰਨੀ ਤੇਜ਼ ਹੋਵੇਗੀ ਉਨੀ ਹੀ ਗਾਇਕੀ ਦਾ ਲੋਕ ਪੱਖੀ ਪੱਖ ਉੱਭਰੇਗਾ। ਅੱਜ ਦੀ ਅਸ਼ਲੀਲ ਗਾਇਕੀ ਦਾ ਮੁਕੰਮਲ ਖਾਤਮਾ ਅੱਜ ਦੇ ਸਰਮਾਏਦਾਰੀ ਯੁੱਗ ਦੀ ਥਾਂ ਬਰਾਬਰੀ ਵਾਲਾ ਸਮਾਜ ਸਿਰਜ ਕੇ ਹੀ ਹੋ ਸਕੇਗਾ, ਕਿਉਂਕਿ ਉਦੋਂ ਮਰਦ ਦੇ ਹੀ ਨਹੀਂ ਬਲਕਿ ਔਰਤ ਮਰਦ ਦੇ ਸਭ ਰਿਸ਼ਤੇ ਬਰਾਬਰੀ ਵਾਲੇ ਹੋਣਗੇ। ਇਸ ਲਈ ਸਭ ਲੋਕਾਂ ਦੇ ਹਿੱਤ ਸਮੂਹਕ ਹੋਣਗੇ। ਉਦੋਂ ਹੀ ਅਸ਼ਲੀਲਤਾ ਅਤੇ ਸ਼ਲੀਲਤਾ ਪ੍ਰਤੀ ਵੀ ਇੱਕੋ ਜਿਹਾ ਨਜ਼ਰੀਆ ਹੋਵੇਗਾ। ਸਾਰੇ ਹੀ ਅਸ਼ਲੀਲਤਾ ਨੂੰ ਦੁਰਫਿੱਟ ਮੂੰਹ ਕਹਿੰਦਿਆਂ ਪਰੇ ਵਿਗਾਹ ਮਾਰਨਗੇ। ਉਦੋਂ ਹੀ ਸ਼ਲੀਨ ਅਤੇ ਸਮੂਹਕ ਹਿੱਤਾਂ ਵਾਲੀ ਗਾਇਕੀ ਭਾਰੂ ਹੋਵੇਗੀ। ਅਸ਼ਲੀਲ ਗਾਇਕੀ ਦਾ ਵਕਤੀ ਵਿਰੋਧ, ਹਾਂ, ਜਿੰਨੀ ਦੇਰ ਅਜਿਹਾ ਸਮਾਜ ਨਹੀਂ ਸਿਰਜਿਆ ਜਾਂਦਾ ਉਨਾ ਚਿਰ ਲੋਕ ਪੱਖੀ ਪਾਰਟੀਆਂ, ਗਰੁੱਪਾਂ, ਜਥੇਬੰਦੀਆਂ, ਸੰਸਥਾਵਾਂ, ਕਲੱਬਾਂ ਨੂੰ ਅਸ਼ਲੀਲ ਗਾਇਕੀ ਤੋਂ ਪਹਿਲਾਂ ਤਾਂ ਆਪ ਦੂਰੀ ਬਣਾਉਣੀ ਚਾਹੀਦੀ ਹੈ ਅਤੇ ਨਾਲ ਦੀ ਨਾਲ ਇਸ ਵਿਰੁੱਧ ਆਵਾਜ਼ ਵੀ ਬੁਲੰਦ ਕੀਤੀ ਜਾਣੀ ਚਾਹੀਦੀ ਹੈ। ਇਹ ਆਵਾਜ਼ ਸਮੇਂ ਦੀ ਹਕੂਮਤ ਵਿਰੁੱਧ ਉੱਠਣੀ ਚਾਹੀਦੀ ਹੈ। ਕਿਉਂਕਿ ਇਹ ਹਾਕਮ ਹੀ ਹੁੰਦੇ ਹਨ ਜੋ ਲੋਕ ਵਿਰੋਧੀ ਅਸ਼ਲੀਲ ਗਾਇਕੀ ਨੂੰ ਸਿੱਧੇ ਤੌਰ ਉੱਤੇ ਪ੍ਰਫੁੱਲਿਤ ਕਰਦੇ ਹਨ। ਸਾਰੀਆਂ ਲੋਕ ਪੱਖੀ ਸੁਹਿਰਦਿਆਂ ਨੂੰ ਅਸ਼ਲੀਲ ਗਾਇਕੀ ਉੱਤੇ ਪ੍ਰਤੀਬੰਬ ਲਗਾਉਣ ਲਈ ਹਕੂਮਤ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ ਅਤੇ ਇਹ ਦਬਾਅ ਬਣਾਉਣ ਲਈ ਵੀ ਤਕੜੀ ਜਦੋਜਹਿਦ ਕਰਨੀ ਪਵੇਗੀ। ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਇਹ ਗੀਤ ਲਿਖਣ ਵਾਲੇ ਸਾਰੇ ਮਰਦ ਹੀ ਹੁੰਦੇ ਹਨ, ਔਰਤਾਂ ਨਹੀਂ। ਇਹੋ ਹਾਲ ਸਾਡੀ ਫਿਲਮ ਇੰਡਸਟਰੀ ਵਿੱਚ ਵੀ ਹੈ, ਜਦੋਂ ਕਿ ਸੱਚਾਈ ਇਹ ਹੈ ਕਿ ਔਰਤਾਂ ਅਤੇ ਮਰਦਾਂ ਦੇ ਜਜ਼ਬਾਤ ਬਰਾਬਰ ਹਨ, ਪਰ ਸਾਡੇ ਸਮਾਜ ਵਿੱਚ ਔਰਤ ਦਾ ਜੋ ਦਰਜਾ ਹੈ ਇਸੇ ਕਰਕੇ ਉਹ ਇਸ ਦੇ ਖੇਤਰ ਵਿੱਚ ਨਹੀਂ ਆ ਸਕੀਆਂ, ਜਦੋਂ ਕਿ ਲੇਖਕਾਵਾਂ ਦਾ ਘੱਟ ਰੋਲ ਨਹੀਂ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਔਰਤਾਂ ਨੇ ਵੀ ਗਾਇਕੀ ਵਿੱਚ ਮੱਲਾਂ ਮਾਰੀਆਂ ਹਨ ਅਤੇ ਇਹ ਗੱਲ ਫਿਲਮ ਇੰਡਸਟਰੀ ਉੱਤੇ ਵੀ ਢੁੱਕਦੀ ਹੈ, ਪਰ ਜਦ ਅਸ਼ਲੀਲ ਗਾਇਕੀ ਦੀ ਗੱਲ ਆਉਂਦੀ ਹੈ ਤਾਂ ਉਸ ਵਿੱਚ ਮਰਦਾਂ ਦਾ ਰੋਲ ਹੀ ਦਿਖਾਈ ਦਿੰਦਾ ਹੈ। ਪੰਜਾਬੀ ਗਾਇਕੀ ਵਿੱਚ ਜਾਤੀ ਸੂਚਕ ਸ਼ਬਦ ਜੱਟ ਜੱਟੀ ਦਾ ਇਸਤੇਮਾਲ ਇੰਨਾ ਜ਼ਿਆਦਾ ਕੀਤਾ ਜਾ ਰਿਹਾ ਹੈ ਕਿ ਇੱਕ ਤਰ੍ਹਾਂ ਨਾਲ ਸਾਰੀ ਪੰਜਾਬੀ ਗਾਇਕੀ ਜੱਟ ਜੱਟੀ ਦੁਆਲੇ ਹੀ ਗੇੜਾ ਕੱਢਦੀ ਹੈ। ਇਸ ਤਰ੍ਹਾਂ ਦੀ ਗਾਇਕੀ ਸਮਾਜ ਵਿੱਚ ਨਫ਼ਰਤਾਂ ਫੈਲਾਉਂਦੀ ਹੈ, ਸਗੋਂ ਆਪਸੀ ਤਿਰੜਾਂ ਨੂੰ ਵੀ ਵਧਾਉਂਦੀ ਹੈ। ਸਮਾਜ ਦਾ ਹਿੱਤ ਚਾਹੁਣ ਵਾਲਿਆਂ ਨੂੰ ਚਾਹੀਦਾ ਹੈ ਕਿ ਅਸ਼ਲੀਲ ਗਾਇਕੀ ਦੀ ਹਰ ਤਰ੍ਹਾਂ ਮੁਖਾਲਫਤ ਕੀਤੀ ਜਾਵੇ। ਰੇਡੀਓ TV ਵਾਲਿਆਂ ਨੂੰ ਇਹੋ ਜਿਹਾ ਗੀਤ ਚਲਾਉਣ 'ਤੇ ਸ਼ਿਕਾਇਤ ਕੀਤੀ ਜਾਵੇ। ਪਾਰਟੀਆਂ ਅਤੇ ਖੁਸ਼ੀ ਦੇ ਮੌਕਿਆਂ ਉੱਪਰ ਇਹੋ ਜਿਹਾ ਗੀਤ ਨਾ ਵਜਾਏ ਜਾਣ ਜੋ ਜਾਤ ਪਾਤ ਦੀ ਗੱਲ ਕਰਦੇ ਹੋਣ ਅਤੇ ਅਸ਼ਲੀਲਤਾ ਵੱਲ ਉਲਾਰ ਹੋਣ। ਕਈ ਵਾਰ ਤਾਂ ਖਿਆਲ ਆਉਂਦਾ ਹੈ ਕਿ ਇਹ ਗੀਤ ਲਿਖਣ ਵਾਲੇ ਅਤੇ ਗਾਉਣ ਵਾਲੇ ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਕਿਵੇਂ ਕੁਤਾਹੀ ਕਰ ਜਾਂਦੇ ਹਨ। ਜਦ ਉਹ ਲੜਕੀਆਂ ਨੂੰ ਕੇਂਦਰ ਬਿੰਦੂ ਬਣਾ ਕੇ ਅਸ਼ਲੀਲ ਲਿਖਦੇ ਹਨ ਅਤੇ ਗਾਉਂਦੇ ਹਨ ਤਾਂ ਕੀ ਉਹ ਆਪਣੀ ਬੇਟੀ ਦੀ ਗੱਲ ਕਰਦੇ ਹਨ ਜਾਂ ਆਪਣੀ ਭੈਣ ਦੀ? ਸ਼ਾਇਦ ਉਹਨਾਂ ਨੂੰ ਅਗਰ ਇੰਨੀ ਕੁ ਸਮਝ ਪੈ ਜਾਵੇ ਤਾਂ ਉਹ ਅਸ਼ਲੀਲ ਗੀਤ ਨਾ ਲਿਖਣ ਅਤੇ ਨਾ ਹੀ ਗਾਉਣ ਵਾਲੇ ਗਾਉਣ। ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਅਸ਼ਲੀਲ ਗਾਇਕੀ ਦੇ ਨੱਥ ਨਹੀਂ ਪਾਈ ਜਾ ਸਕਦੀ। ਇਹ ਤਾਂ ਸੀ ਜੀ ਮੇਰਾ ਇਹ ਲੇਖ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ, ਅਤੇ ਮੈਂ ਹੁਣ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰਦਾ ਤਾਂ ਕਿ ਆਪਾਂ ਇਸ ਗੰਭੀਰ ਮਸਲੇ 'ਤੇ ਜਿਹੜੀ ਆ ਇੱਕ ਡਿਸਕਸ਼ਨ 'ਤੇ ਇੱਕ ਬਹਿਸ ਕਰ ਸਕੀਏ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ ਜੀ? ਹੈਲੋ ਡਾਕਟਰ ਸਾਹਿਬ। ਹਾਂ ਜੀ, ਸੁਮਨ ਸਾਹਿਬ। ਨਮਸਕਾਰ। ਨਮਸਕਾਰ ਜੀ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਅੱਜ ਮਹਾਤਮਾ ਗਾਂਧੀ ਦਾ ਜਨਮ ਦਿਨ ਹੈ। ਹਾਂ, ਅੱਜ ਆਪਣੇ ਮਹਾਤਮਾ ਗਾਂਧੀ ਦੀ ਜਯੰਤੀ ਅੱਜ ਮਹਾਤਮਾ ਗਾਂਧੀ ਦਾ ਵੀ ਅਤੇ ਨਾਲ ਹੀ ਜਿਹੜਾ ਹੈਗਾ ਸ਼ਾਸਤਰੀ ਦਾ ਵੀ ਹੈ, ਲਾਲ ਬਹਾਦਰ ਸ਼ਾਸਤਰੀ ਦਾ ਵੀ। ਅੱਛਾ। ਹਾਂਜੀ। ਐਨੀਵੇ ਮੈਂ ਉਹਨਾਂ ਨੂੰ ਆਪਣੇ ਦਿਲੋਂ ਸ਼ਰਧਾਂਜਲੀ ਭੇਂਟ ਕਰਦਾ। ਥੈਂਕ ਯੂ ਜੀ। ਦੇਖੋ ਡਾਕਟਰ ਸਾਹਿਬ, ਜਿਹੜੇ ਮੁਲਕ ਦੇ ਲੀਡਰ ਆ, ਜ਼ਰੂਰੀ ਨਹੀਂ ਕਿ ਮਤਲਬ ਮੈਂ ਹਰ ਚੀਜ਼ ਨਾਲ ਸਹਿਮਤ ਹਾਂ, ਪਰ ਫਿਰ ਵੀ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਇਗਨੋਰ ਕਰਨਾ ਬਿਲਕੁਲ ਗਲਤ ਹੋਊਗਾ। ਹਾਂਜੀ। ਇਸ ਕਰਕੇ ਮੈਂ ਮਹਾਤਮਾ ਗਾਂਧੀ ਨੂੰ ਆਪਣੇ ਵੱਲੋਂ ਮਹਾਤਮਾ ਗਾਂਧੀ ਜੀ ਨੂੰ ਆਪਣੇ ਵੱਲੋਂ ਦਿਲੋਂ ਸ਼ਰਧਾਂਜਲੀ ਭੇਂਟ ਕਰਦਾ। ਠੀਕ ਹੈ, ਥੈਂਕ ਯੂ ਜੀ। ਔਰ ਕਰਨੀ ਵੀ ਚਾਹੀਦੀ ਆ, ਕਿਉਂਕਿ ਸਾਡੇ ਮੁਲਕ ਦਾ ਬਹੁਤ ਵੱਡਾ ਮਹਾਨ ਲੀਡਰ ਹੈ ਤੇ ਦੁਨੀਆ ਨੂੰ ਇੰਪ੍ਰੈਸ ਕੀਤਾ। ਔਰ ਮੈਂ ਵੀ ਗੱਲ ਡਾਕਟਰ ਕਹਿ ਸਕਦਾ ਕਿ ਅਸੀਂ ਮਹਾਤਮਾ ਗਾਂਧੀ ਦੀ ਗੱਲ ਮੰਨੀ ਨਹੀਂ, ਉਹਦੇ ਪੈਰਾਂ 'ਤੇ ਨਹੀਂ ਚੱਲੇ। ਉਹ ਕਹਿੰਦਾ ਸੀ ਕਿ ਇਸ ਮੁਲਕ ਨੂੰ ਇਹਦੀ ਵੰਡ ਨਹੀਂ ਹੋਣੀ ਚਾਹੀਦੀ,
ਜੇ ਅਸੀਂ ਇਸ ਲਾਈਨ ਤੇ ਲੱਗ ਜਾਂਦੇ ਤੇ ਜੋ ਸਾਡਾ ਅੱਜ ਨੁਕਸਾਨ ਹੋ ਰਿਹਾ ਇਹ ਕਦੀ ਨਾ ਹੁੰਦਾ। ਠੀਕ ਹੋ ਹੈ। ਸਕਦਾ 5-7 ਕਿਤੇ ਫਸਾਦ ਹੋ ਜਾਂਦੇ, 2-4 ਆਦਮੀ ਮਰ ਜਾਂਦੇ, ਪਰ ਅੱਜ ਇਹ ਨਹੀਂ ਸੀ ਕਿ ਅੱਜ ਜਿਹੜੇ ਪਾਕਿਸਤਾਨ ਦੇ ਵਿੱਚ ਹਿੰਦੂ ਸਿੱਖ ਰਹਿੰਦੇ ਆ ਉਹ ਵਿਚਾਰੇ ਲੰਚ ਹੋ ਰਹੇ ਆ, ਜਿਹੜੇ ਸਾਡੇ ਇੰਡੀਆ ਵਿੱਚ ਜਿਹੜੇ ਮਿਨੋਰਟੀਜ਼ ਹੈਗੇ ਆ ਮੁਸਲਮਾਨ ਉਹ ਲੰਚ ਹੋ। ਇਹ ਕਦੀ ਨਹੀਂ ਸੀ ਹੋ ਸਕਦਾ ਕਿਉਂਕਿ ਸਾਡੇ ਚੋਂ ਬੈਲੈਂਸ ਖਤਮ ਹੋ ਗਿਆ। ਅੱਛਾ ਡਾਕਟਰ ਸਾਹਿਬ, ਹੁਣ ਤੁਸੀਂ ਸਬਜੈਕਟ ਤੇ ਆਉਂਦੇ ਆ। ਹਾਂਜੀ ਹਾਂਜੀ ਡਾਕਟਰ ਸਾਹਿਬ, ਕੋਈ ਸ਼ੱਕ ਨਹੀਂ ਕਿ ਸਾਡੇ ਪੰਜਾਬ ਦਾ ਜਿਹੜਾ ਸੱਭਿਆਚਾਰ ਸੀ ਉਹ ਬਿਲਕੁਲ ਡਾਊਨ ਚਲਾ ਗਿਆ। ਉਹਦੇ ਵਿੱਚ ਕੋਈ ਵੀ ਮਤਲਬ ਮੋਰਲ ਵੈਲਿਊ ਜਾਂ ਇੱਕ ਅੱਛੇ ਅਖਲਾਕ ਨਹੀਂ ਮੈਂ ਅੱਛੇ ਮੈਨਰਸ ਵਾਲੀ ਗੱਲ ਖਤਮ ਹੋ ਗਈ। ਉਹਦੀ ਵਜ੍ਹਾ ਇਹੀ ਹੈ ਕਿ ਡਾਕਟਰ ਸਾਹਿਬ ਪਹਿਲਾਂ ਦੇਖੋ ਕਿੰਨੇ ਪੰਜਾਬੀ ਦਾ ਕਿੰਨਾ ਅੱਛਾ ਮਿਊਜ਼ਿਕ ਹੁੰਦਾ ਸੀ, ਕਿੰਨੇ ਅੱਛੇ ਗੀਤਕਾਰ ਸੀਗੇ, ਕਿੰਨੇ ਅੱਛੇ ਰਾਈਟਰ ਸੀ। ਤੁਹਾਡੇ ਸਾਹਮਣੇ ਜਿਹੜੀ ਹੀਰ ਦਾ ਕਿੱਸਾ ਸੀ ਉਹ ਸਾਰੀ ਦੁਨੀਆ ਹੁਣ ਆਪਣੇ ਸਾਰੇ ਪੰਜਾਬੀ ਉਹਨੂੰ ਪੜ੍ਹਦੇ ਸੀ, ਹਾਲਾਂਕਿ ਬਾਕੀ ਸਟੇਟਾਂ ਦੇ ਲੋਕੀ ਵੀ ਫਿਲਮਾਂ ਵਿੱਚ ਵੀ ਉਹਨੂੰ ਅਡਾਪਟ ਕੀਤਾ ਜਾਂਦਾ ਸੀਗਾ। ਹੋਰ ਬਹੁਤ ਪਤਾ ਨਹੀਂ ਕਿੰਨੇ ਸਿੰਗਰ ਹੋਇਆ ਜਿਸ ਵੇਲੇ ਪ੍ਰਕਾਸ਼ ਕੌਰ ਤੇ ਉਹਦੇ ਨਾਲ ਦੀ ਜਿਹੜੀ ਹੋਰ ਸਿੰਗਰ ਸੀ ਸੁਰਿੰਦਰ ਬੀਬਾ, ਉਹਨਾਂ ਨੇ ਇੱਕ ਵਾਰੀ ਵੀ ਕੋਈ ਅਸ਼ਲੀਲ ਗੀਤ ਨਹੀਂ ਗਾਇਆ। ਉਹਨੇ ਆਪਣੇ ਸਟੈਂਡਰਡ ਤੋਂ ਕਦੀ ਵੀ ਉਹ ਥੱਲੇ ਨਹੀਂ ਗਈਆਂ। ਐਬਸੋਲੂਟਲੀ। ਅੱਜ ਦਾ ਜਿਹੜੀ ਹਾਲਤ ਹੈ, ਅੱਜ ਤੇ ਡਾਕਟਰ ਸਾਹਿਬ ਇਹਨਾਂ ਲੋਕਾਂ ਨੇ ਸਾਡੇ ਪੰਜਾਬੀ ਮਿਊਜ਼ਿਕ ਦਾ ਬੇੜਾ ਗਰਕ ਕਰ ਦਿੱਤਾ। ਐਸਾ ਬੇੜਾ ਗਰਕ ਕੀਤਾ ਕਿ ਅੱਜ ਤੁਸੀਂ ਉਹਨਾਂ ਨੂੰ ਸੁਣ ਹੀ ਨਹੀਂ ਸਕਦੇ। ਇਹਦੀ ਵਜ੍ਹਾ ਡਾਕਟਰ ਸਾਹਿਬ ਇਹ ਆ ਕਿ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਸੀ ਨਾ, ਉਹ ਕੁਝ ਸਾਲਾਂ ਤੋਂ ਜਿਸ ਵੇਲੇ ਫਿਰਕਾ ਪ੍ਰਸਤੀ ਦੀ ਹਵਾ ਸ਼ੁਰੂ ਹੋ ਗਈ, ਉਸ ਟਾਈਪ ਦੀਆਂ ਗੌਰਮੈਂਟਾਂ ਆ ਗਈਆਂ। ਉਹਨਾਂ ਲੋਕਾਂ ਨੇ ਜਿੱਥੇ ਅਸੀਂ ਕਾਮਨ ਸਕੂਲਾਂ ਕਾਲਜਾਂ 'ਚ ਪੜ੍ਹਦੇ ਸੀਗੇ, ਉਸ ਸਕੂਲਾਂ ਦਾ ਢਾਂਚਾ ਬੇੜਾ ਕਰ ਕਰਤਾ। ਗੌਰਮੈਂਟ ਦੇ ਸਕੂਲ ਬੰਦ ਕਰਤੇ, ਪ੍ਰਾਈਵੇਟ ਸਕੂਲ ਕਰਤੇ। ਉਹਨੇ ਮਾਨਸਿਕਤਾ ਇੱਕ ਐਸੀ ਪੈਦਾ ਕਰ ਦਿੱਤੀ ਕਿ ਜਿਹੜਾ ਤਕੜਾ ਸੀਗਾ ਉਹ ਹੀ ਵਧਿਆ, ਗਰੀਬ ਕਿਸਾਨ ਔਰ ਗਰੀਬ ਜਿਹੜੇ ਸਾਡੇ ਵਰਗੇ ਲੋਕ ਆ, ਇਹਨਾਂ ਲੋਕਾਂ ਨੂੰ ਜਿਹੜਾ ਐਜੂਕੇਸ਼ਨ ਦਾ ਹੱਕ ਸੀ, ਜਿਹੜਾ ਐਜੂਕੇਸ਼ਨ ਪ੍ਰੋਪਰ ਮਿਲਣੀ ਚਾਹੀਦੀ ਸੀ, ਉਹ ਸਾਨੂੰ ਡਿਨਾਈ ਕੀਤੀ ਗਈ ਔਰ ਹੱਲੇ ਵੀ ਉਹ ਡਿਨਾਈਡ ਹੈ। ਇਹ ਵਜ੍ਹਾ ਸਿਰਫ ਅਨਐਜੂਕੇਸ਼ਨ ਦੀ ਇਹ ਪ੍ਰੋਬਲਮ ਹੈ। ਅਗਰ ਸਾਨੂੰ ਅੱਛੇ ਮੈਨਰਸ ਦਿਖਾਏ ਜਾਂਦੇ, ਅੱਛੀ ਐਜੂਕੇਸ਼ਨ ਪੜ੍ਹਾਈ ਜਾਂਦੀ, ਅੱਛਾ ਲਿਟਰੇਚਰ ਸਾਨੂੰ ਪਾਇਆ ਜਾਂਦਾ, ਤੇ ਇਹ ਜਿਹੜੀ ਅਸ਼ਲੀਲਤਾ ਸਾਡੇ ਮਿਊਜ਼ਿਕ ਵਿੱਚ ਆ, ਸਾਡੇ ਗੀਤਾਂ ਵਿੱਚ ਕਦੀ ਨਹੀਂ ਸੀ ਆ ਸਕਦੀ। ਇਹ ਫਿਰਕਾ ਪ੍ਰਸਤੀ ਕਦੀ ਨਹੀਂ ਆ ਸਕਦੀ। ਦੇਖੋ ਡਾਕਟਰ ਸਾਹਿਬ, ਮੈਂ ਇੱਕ ਮਿੰਟ ਇਹਨੂੰ ਬਲੇਮ ਨਹੀਂ ਕਰਦਾ, ਓਕੇ, ਕਿਉਂਕਿ ਤੁਸੀਂ ਦੇਖੋ ਕਿ ਫਰਜ਼ ਕੀਤਾ ਇੱਕ ਗੀਤ ਤੇ ਬੜੀ ਤਕਲੀਫ ਹੁੰਦੀ ਆ ਕਿ ਜੱਟ ਪੁੱਤ ਜੱਟਾਂ ਦੇ ਬਹਿਜਾ ਕਰਦੇ, ਜਿਹੜੀਆਂ ਦੂਸਰੀਆਂ ਕਮਿਊਨਿਟੀਆਂ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਆ। ਬਿਲਕੁਲ ਹੋਣੀ ਚਾਹੀਦੀ ਆ, ਕਿਉਂਕਿ ਇਹ ਗੌਰਮੈਂਟ ਦਾ ਫਰਜ਼ ਹੈ ਡਾਕਟਰ ਸਾਹਿਬ ਬਣਦਾ। ਅਗਰ ਰਾਈਟ ਗੌਰਮੈਂਟ ਹੋਵੇ ਉਹ ਇਹਨਾਂ ਗੀਤਾਂ ਨੂੰ ਬੰਦ ਕਰੇ ਵੀ ਅਸੀਂ ਇੱਕ ਕਮਿਊਨਿਟੀ ਨੂੰ ਪ੍ਰਮੋਟ ਕਰਨ ਵਾਸਤੇ ਇਹ ਗੀਤ ਨਹੀਂ ਲੱਗਣ ਦੇਣੇ, ਪਰ ਉਹਨਾਂ ਨੇ ਕੁਝ ਨਹੀਂ ਕੀਤਾ। ਪਰ ਦੂਸਰੇ ਪਾਸੇ ਜਿਹੜੇ ਦੂਸਰੇ ਲੋਕ ਆ ਉਹ ਵੀ ਘੱਟ ਨੇ, ਉਹਨਾਂ ਨੇ ਗੀਤ ਬਣਾਤੇ ਪੁੱਤ ਚਮਾਰਾਂ ਦੇ ਬਹਿਜਾ ਕਰਦੇ। ਸੋ ਡਾਕਟਰ ਸਾਹਿਬ, ਇੱਕ ਮਿਸਟੇਕ ਕਰਨਾ, ਦੂਜੀ ਮਿਸਟੇਕ ਕਰਨਾ, ਇੱਕ ਮਿਸਟੇਕ ਖਤਮ ਨਹੀਂ ਹੋ ਜਾਂਦੀ, ਉਹਨੂੰ ਤੁਸੀਂ ਡਬਲ ਕਰ ਦਿੱਤਾ। ਜਿਹੜੇ ਲੋਕਾਂ ਨੇ ਇਹ ਮਤਲਬ ਜਿਹਨੂੰ ਸ਼ੁਰੂ ਕੀਤਾ ਕਿ ਪੁੱਤ ਚਮਾਰਾਂ ਦੇ ਬਹਿਜਾ ਕਰਦੇ, ਜੇ ਥੋੜੀ ਜਿਹੀ ਵੀ ਅਕਲ ਤੋਂ ਕੰਮ ਲੈਂਦੇ, ਤੁਹਾਡੇ ਸਾਹਮਣੇ ਕਨਸਟੀਟਿਊਸ਼ਨ ਆ, ਤੁਹਾਡੇ ਸਾਹਮਣੇ ਕਾਨੂੰਨ ਹੈ, ਉਹਨੂੰ ਤੁਸੀਂ ਕੋਰਟ ਵਿੱਚ ਲੈ ਕੇ ਜਾਓ, ਹਾਈ ਕੋਰਟ 'ਚ ਲੈ ਕੇ, ਸੁਪਰੀਮ ਕੋਰਟ 'ਚ ਲੈ ਕੇ ਜਾਓ ਵੀ ਇਹ ਸਾਨੂੰ ਅੰਡਰਮਾਈਨ ਕੀਤਾ ਜਾ ਰਿਹਾ, ਸਾਡੀ ਬੇਇੱਜ਼ਤੀ ਕੀਤੀ ਜਾ ਰਹੀ ਆ। ਇਹੋ ਜਿਹਾ ਅਸ਼ਲੀਲ ਗੀਤ ਜਿਹੜੇ ਆ ਇੱਕ ਕਮਿਊਨਿਟੀ ਦੂਸਰੇ ਨੂੰ ਡਾਊਨ ਕਰਦੀ ਆ, ਇਹ ਨਹੀਂ ਹੋਣੇ ਚਾਹੀਦੇ। ਮੇਰਾ ਖਿਆਲ ਆ ਅੱਜ ਨੂੰ ਇਹ ਬੰਦ ਵੀ ਹੋ ਜਾਂਦੇ ਔਰ ਲੋਕਾਂ ਨੂੰ ਜਾਗਰਤੀ ਵੀ ਆ ਜਾਂਦੀ। ਪਰ ਅਸੀਂ ਕੀਤਾ ਕਿ ਜੇ ਉਹ ਗਾਲਾਂ ਕੱਢਦੇ ਆ ਅਸੀਂ ਵੀ ਉਦਾਂ ਗਾਲਾਂ ਕੱਢਣ ਲੱਗ ਪਏ, ਜੇ ਅਸੀਂ ਉਹ ਅਸ਼ਲੀਲ ਬੋਲਦੇ ਅਸੀਂ ਉਹ ਗਾਲਾਂ, ਇਹਦੇ ਨਾਲ ਹੱਲ ਤਾਂ ਨਾ ਕੋਈ ਹੋਇਆ। ਸੋ ਡਾਕਟਰ ਸਾਹਿਬ, ਸਾਡੇ ਮੁਲਕ ਦਾ ਜਿਹੜਾ ਢਾਂਚਾ ਆ ਉਹ ਮੈਂ ਬਲੇਮ ਕਰਦਾ ਐਜੂਕੇਸ਼ਨ ਤੇ। ਇਹ ਐਜੂਕੇਸ਼ਨ ਸਾਡੇ ਪੰਜਾਬ ਦੇ ਵਿੱਚ ਸਹੀ ਹੁੰਦੀ ਤੇ ਆਹ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਨੂੰ ਤੁਰੇ ਫਿਰਦੇ ਆ, ਅਸਾਈਲਮ ਲੈਣ ਨੂੰ ਤੁਰੇ ਫਿਰਦੇ ਆ, ਇਹਨਾਂ ਦੇ ਦਿਮਾਗ ਵਿੱਚ ਇੱਕ ਧਾਰਮਿਕ ਜਨੂਨ, ਜਿਹਨਾਂ ਕੋਲ ਅਕਲ ਹੁੰਦੀ, ਆਪਣਾ ਦਿਮਾਗ ਹੁੰਦਾ, ਤੇ ਆਹ ਅਨਪੜ੍ਹ ਜਿਹੜੇ ਲੋਕ ਹੈ ਇਹਨਾਂ ਦੇ ਚੱਕਰ 'ਚ ਨਾ ਆਉਂਦੇ, ਇਹ ਗਲਤ ਕਿਸਮ ਦੇ ਨਾਅਰੇ ਨਾ ਲਾਉਂਦੇ, ਗਲਤ ਕਿਸਮ ਦੇ ਇਹ ਝੰਡੇ ਨਾ ਫੜਦੇ। ਇਹ ਆਪਣੇ ਮੁਲਕ ਦੇ, ਆਪਣੇ ਪੰਜਾਬ ਦੀ ਖਾਤਰ ਸੋਚਦੇ, ਪੰਜਾਬੀ ਲੋਕਾਂ ਦੀ ਖਾਤਰ ਸੋਚਦੇ, ਪਰ ਅਸੀਂ ਇਹਨਾਂ ਨੂੰ ਸਹੀ ਐਜੂਕੇਸ਼ਨ ਨਹੀਂ ਦਿੱਤੀ, ਕਲਚਰਲ ਚੀਜ਼ਾਂ ਨਹੀਂ ਸਿਖਾਈਆਂ, ਆਪਣੇ ਮੁਲਕ ਦੀ ਸਹੀ ਮਿਊਜ਼ਿਕ ਇਹਨਾਂ ਦੇ ਕੰਨਾਂ 'ਚ ਨਹੀਂ ਪਾਇਆ। ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਅੱਗੇ ਨਹੀਂ ਜਾਂਦਾ। ਬਹੁਤ ਬਹੁਤ ਮਿਹਰਬਾਨੀ ਜੀ। ਇਹ ਤਾਂ ਸੀ ਜੀ ਮੇਰੇ ਵੀਰ ਹਰਭਜਨ ਸੁਮਨ ਹੋਣੀ ਗ੍ਰੇਵਜ਼ੈਂਟ ਤੋਂ ਇਹਨਾਂ ਨੂੰ ਫੋਨ ਕੀਤਾ। ਹਰ ਇੱਕ ਕਾਲਰ ਦੇ ਆਪਣੇ ਵਿਚਾਰ ਹੈਗੇ ਆ, ਜ਼ਰੂਰੀ ਨਹੀਂ ਕਿ ਮੈਂ ਅਤੇ ਕਾਂਚੀ ਟੈਲੀਵਿਜ਼ਨ ਅਸੀਂ ਉਹਨਾਂ ਨਾਲ ਸਹਿਮਤ ਹੋਈਏ। ਇਸ ਕਰਕੇ ਜਿਹੜਾ ਹੈਗਾ ਆਪਣਾ ਸੱਭਿਆਚਾਰਕ ਬੋਲੀ ਵਿੱਚ, ਸੱਭਿਅਕ ਬੋਲੀ ਦੇ ਵਿੱਚ ਜਿਹੜਾ ਹੈਗਾ ਗੱਲ ਆਪਾਂ ਕਰਨੀ ਹੈਗੀ ਆ। ਇਹ ਬਹੁਤ ਵੱਡਾ ਇਸ਼ੂ ਹੈਗਾ, ਕਿਉਂਕਿ ਬਹੁਤ ਸਾਰੇ ਗੀਤ ਇੱਥੇ ਵੀ ਜਾਣੀ ਕਿ ਗਾਉਣ ਵਾਲੇ ਹੈਗੇ ਆ। ਜਾਰੀ ਜੱਟਾਂ ਮੁੰਡਿਆਂ ਲਾਈਏ, ਮਿੱਠੇ ਗੰਨੇ ਰੋਜ਼ ਚੁੱਪੀਏ, ਤੇ ਕੀ ਗੱਲ ਵੀ ਜਾਰੀ ਜੱਟਾਂ ਦੀ ਕੁੜੀਆਂ ਲਾ ਲਈਏ ਫਿਰ ਮਿੱਠੇ ਗੰਨੇ ਮਿਲਣਗੇ ਕਿ ਨਹੀਂ ਮਿਲਣਗੇ, ਜਾਣੀ ਕਿ ਸਵਾਲ ਜਾਣੀ ਕਿ ਇਹ ਵੀ ਉੱਠਦਾ ਹੈਗਾ। ਸੋ ਇਹੋ ਜਿਹੇ ਜਾਣੀ ਕਿ ਜਿਹੜੇ ਗਾਣੇ ਹੈਗੇ ਆ, ਇਹੋ ਜਿਹੇ ਜਾਣੀ ਕਿ ਗੀਤ ਹੈ,
ਇਹ ਤੁਹਾਡੇ ਵਿੱਚ ਨਫ਼ਰਤਾਂ ਫੈਲਾਉਂਦੇ ਹੈਗੇ, ਇਹ ਤਿਰੜਾਂ ਫੈਲਾਉਂਦੇ ਹੈਗੇ ਆ, ਅਤੇ ਇਹਦੇ ਨਾਲ ਜਿਹੜੀ ਕੜੱਤਨਾਂ ਵੱਧਦੀਆਂ ਹੈਗੀਆਂ। ਸੋ ਸਾਨੂੰ ਇਹ ਚੀਜ਼ ਦਾ ਵੀ ਯਾਨੀ ਕਿ ਦੇਖਣਾ ਚਾਹੀਦਾ ਵੀ ਅਸੀਂ ਜਦੋਂ ਗੀਤ ਸੁਣਦੇ ਹਾਂ ਅਤੇ ਡੀਜੇ ਚਲਾਉਂਦੇ ਹਾਂ, ਅਤੇ ਉਦੋਂ ਕਿਹੋ ਜਿਹੇ ਗੀਤ ਉੱਥੇ ਲੱਗਦੇ ਹੈਗੇ। ਹੈਲੋ ਜੀ, ਕੌਣ ਤਾਂ ਜੀ, ਕਿੱਥੋਂ ਬੋਲ ਰਹੇ ਜੀ? हेलो डॉक्टर साहब नमस्कार। जय हाँ जी मान साहब, नमस्कार जी मान साहब। हाँ जी ठीक है, तुसीं सुनाओ ठीक ठाक? मैं ठीक है जी, ठीक है। मान साहब की कहना चाਹੁੰਦੇ ਤੁਸੀਂ ਲੈਕਚਰ ਗਾਇਕ? ਪਹਿਲਾਂ ਤਾਂ ਮੈਂ ਅੱਜ ਕੁਝ ਲੋਕਾਂ ਨੇ ਗਾਂਧੀ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਹਾਂਜੀ। ਤੇ ਅੱਜ ਉਹਨਾਂ ਦਾ ਜਨਮ ਦਿਨ ਆ, ਪਰ ਮੈਂ ਉਹਨਾਂ ਦੇ ਜਿਹੜਾ ਨੇ ਵਧਾਈਆਂ ਦਿੱਤੀਆਂ ਉਹਨਾਂ ਦੇ ਨਾਲ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਵਧਾਈਆਂ ਉਹਨਾਂ ਦਾ ਹੱਕ ਬਣਦਾ, ਪਰ ਜਿਹੜੀਆਂ ਵਧਾਈਆਂ ਉਹ ਇਸ ਵੇਲੇ ਗਾਂਧੀ ਨੂੰ ਦੇਣ ਦਾ ਕੋਈ ਸਾਡੇ ਸਮਾਜ ਦਾ ਜਿਹੜਾ ਹੱਕ ਨਹੀਂ ਬਣਦਾ, ਕਿਉਂਕਿ ਜਿਸ ਵੇਲੇ ਬਾਬਾ ਸਾਹਿਬ ਨੇ ਦੋ ਆਪਣੇ ਹੱਕ ਲਏ ਸੀਗੇ ਗੋਲਮੇਜ ਕਾਨਫਰੰਸ ਦੇ ਵਿੱਚ, 2 ਵੋਟਾਂ ਦਾ ਹੱਕ ਮਿਲਿਆ ਸੀ ਸਾਨੂੰ, ਪੂਰੇ ਤਰ੍ਹਾਂ ਦੇ ਹੱਕ ਮਿਲੇ ਸੀ। ਤੇ ਲੇਕਿਨ ਗਾਂਧੀ ਨੂੰ ਜਿਸ ਵੇਲੇ ਪਤਾ ਲੱਗਾ ਉਹਨੇ ਮਰਨ ਵਰਤ ਰੱਖ ਦਿੱਤਾ ਕਿ ਮੈਂ ਮਰ ਜਾਊਂਗਾ, ਇਹਨਾਂ ਲੋਕਾਂ ਨੂੰ ਆਪਣੇ ਹੱਕ ਨਹੀਂ ਲੈਣ ਦਊਂਗਾ। ਉਹ ਗਾਂਧੀ ਦੇ ਮਰਨ ਵਰਤ ਰੱਖਣ ਦਾ ਅੱਜ ਤੱਕ ਸਾਡਾ ਜਿਹੜਾ ਸਮਾਜ ਹੈ ਨਾ ਉਹ ਧੱਕੇ ਖਾ ਰਿਹਾ, ਇਹਦੇ ਨਾਲ ਬੇਇਨਸਾਫੀ ਹੋ ਰਹੀ ਹੈ, ਤੇ ਇਸ ਕਰਕੇ ਸਾਡਾ ਕੋਈ ਹੱਕ ਨਹੀਂ ਬਣਦਾ ਅਸੀਂ ਉਹਨੂੰ ਵਧਾਈਆਂ ਦੇਈਏ। ਜਿਸ ਬੰਦੇ ਨੇ ਸਾਡੇ ਸਮਾਜ ਦੇ ਹੱਕ ਖੋ ਕੇ ਆਪਣੇ ਮਰਨ ਵਰਤ ਤੋੜਿਆ, ਅਸੀਂ ਉਹਨੂੰ ਕਿੱਦਾਂ ਵਧਾਈਆਂ ਦੇਣ ਦੇ ਹੱਕਦਾਰ ਬਣਦੇ ਆ। ਤੇ ਦੂਸਰੀ ਗੱਲ ਅੱਜ ਦੇ ਮੁੱਦੇ ਤੇ ਮੈਂ ਆਂਦਾ, ਹਾਂਜੀ ਹਾਂਜੀ, ਜਿਹੜਾ ਅੱਜ ਦਾ ਮੁੱਦਾ ਲਿਚੜ ਗਾਣੇ ਵਗੈਰਾ ਜਾਤ ਪਾਤ ਦਾ ਊਚ ਨੀਚ ਦੇ ਗਾਣੇ ਹੁੰਦੇ ਆ, ਇਹ ਵੀ ਇੱਕ ਬਹੁਤ ਵੱਡੀ ਸਾਜ਼ਿਸ਼ ਆ ਜਿਹੜੀ ਤਿਲਕਧਾਰੀ ਲੋਕ ਜਿਹੜੇ ਮਨੋਵਾਦੀ ਸੋਚ ਦੇ ਲੋਕ ਆ, ਇਹ ਉਹਨਾਂ ਨੇ ਵੰਡ ਪਾਈ ਸਾਡੇ ਸਮਾਜ ਦੇ ਵਿੱਚ। ਇਹ ਉਸੇ ਹੀ ਵੰਡ ਦਾ ਇਹ ਜਾਤ ਪਾਤ ਦੇ ਗਾਣੇ ਜਿਹੜੇ ਆ ਉਹ ਚੱਲ ਰਹੇ ਆ, ਕਿਉਂਕਿ ਹਰੇਕ ਜਾਤ ਆਪਣੇ ਆਪ ਨੂੰ ਉੱਚੀ ਸਮਝਦੀ, ਉਹ ਦੂਸਰੇ ਨੂੰ ਨੀਚਾ ਸਮਝਦੀ ਆ, ਉਹ ਦੂਸਰੇ ਨੂੰ ਨੀਚਾ ਸਮਝਦੀ, ਨੀਚੇ ਨੂੰ ਨੀਚਾ ਸਮਝਦੀ ਆ। ਇਹ ਜਿਹੜੇ ਗਾਣੇ ਆ ਨਾ, ਇਹ ਇਦਾਂ ਦੇ ਗਾਣੇ ਜਦੋਂ ਤੱਕ ਇਹ ਜਾਤ ਪਾਤ ਆ ਇਦਾਂ ਦੇ ਗਾਣੇ ਚੱਲਣਗੇ, ਭਾਰਤ ਕਦੇ ਤਰੱਕੀ ਨਹੀਂ ਕਰ ਸਕਦਾ। ਦੂਸਰੀ ਗੱਲ ਹੈ ਕਿ ਇਹ ਜਿਹੜੇ ਗਾਣੇ ਆ ਸਾਨੂੰ ਸੁਣਨੇ ਵੀ ਨਹੀਂ ਚਾਹੀਦੇ, ਔਰ ਜਿਸ ਟੈਲੀਵਿਜ਼ਨਾਂ ਤੇ ਚੱਲਦੇ ਆ ਨਾ ਉਹ ਟੈਲੀਵਿਜ਼ਨ ਵੀ ਨਹੀਂ ਦੇਖਣੇ ਚਾਹੀਦੇ। ਤੇ ਇਸ ਕਰਕੇ ਮੈਂ ਤਾਂ ਇਹ ਕਹੂੰਗਾ ਕਿ ਸਾਡੇ ਜਿਹੜੇ ਰਾਈਟਰ ਆ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਗਾਣੇ ਗਾਓ ਜਿਹੜੇ ਦੇਸ਼ ਦੇ, ਕਿਸੇ ਨੇ ਕਿਹਾ ਸੀ ਕਿ ਅਗਰ ਕਿਸੇ ਦੇਸ਼ ਦਾ ਭਵਿੱਖ ਦੇਖਣਾ ਹੋਵੇ ਉੱਥੇ ਦੇ ਤੁਸੀਂ ਲਿਟਰੇਚਰ, ਉੱਥੇ ਦੇ ਗਾਣੇ ਸੁਣੋ। ਐਬਸੋਲੂਟਲੀ, ਬਿਲਕੁਲ। ਤੁਹਾਨੂੰ ਪਤਾ ਲੱਗ ਜਾਏ ਕਿ ਉਹ ਦੇਸ਼ ਦੀ ਆਉਣ ਵਾਲਾ ਭਵਿੱਖ ਕਿੱਦਾਂ ਦਾ ਹੋਏਗਾ, ਉਹਦੇ ਬੱਚੇ ਕਿੱਦਾਂ ਦੇ ਹੋਣਗੇ। ਤਾਂ ਇਹ ਚੀਜ਼ ਹੈਗੀ ਆ ਕਿ ਭੰਗੜੇ ਤਾਂ ਅਸੀਂ ਪਾਉਨੇ ਆ ਉਹਨਾਂ ਗਾਣਿਆਂ ਤੇ, ਫਿਰ ਸਾਡਾ ਕੀ ਹੱਕ ਬਣਦਾ ਕਿ ਅਸੀਂ ਉਹਨਾਂ ਹੀ ਗਾਣਿਆਂ ਤੇ ਭੰਗੜੇ ਪਾਈਏ। ਤੇ ਇਹ ਜਿਹੜੀ ਚੀਜ਼ ਹੈਗੀ ਆ, ਇਸ ਚੀਜ਼ ਨੂੰ ਸਾਡੇ ਲੋਕਾਂ ਨੂੰ ਔਰ ਸਾਡੇ ਸਮਾਜ ਨੂੰ, ਪੂਰੇ ਦੇਸ਼ ਨੂੰ, ਪੂਰੇ ਭਾਰਤ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਲੋਕ ਦੂਸਰੇ ਮੁਲਕ ਕਿਤੇ ਦੀ ਕਿਤੇ ਤਰੱਕੀ ਕਰ ਗਏ, ਅੱਜ ਸਾਡਾ ਭਾਰਤ ਜਿਹੜਾ ਹੈ ਨਾ 127ਵੇਂ ਸਥਾਨ ਤੇ ਆ ਗਰੀਬੀ ਦੇ ਵਿੱਚ। ਸਾਡੇ ਨਾਲੋਂ ਅਫਗਾਨਿਸਤਾਨ ਵੀ ਜਿਹੜਾ ਹੈ ਨਾ ਉਹਦੀ ਵੀ ਕਰੰਸੀ ਸਾਡੀ ਵੱਡੀ ਆ। ਤੇ ਇਸ ਕਰਕੇ ਸਾਡੇ ਲੋਕਾਂ ਨੂੰ ਚਾਹੀਦਾ ਆ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਦੇਸ਼ ਦੀ ਭਲਾਈ ਲਈ, ਆਪਣੇ ਆਉਣ ਵਾਲੇ ਬੱਚਿਆਂ ਦੀ ਭਲਾਈ ਲਈ ਸੋਚਣਾ ਚਾਹੀਦਾ ਹੈਗਾ। ਤੇ ਅੱਜ ਸਕੂਲਾਂ ਦੇ ਵਿੱਚ ਕੀ ਟੀਚਰ ਹੈ ਨਹੀਂ ਗਏ, ਹਸਪੀਟਲਾਂ ਵਿੱਚ ਦਵਾਈਆਂ ਹੈ ਨਹੀਂ ਗੀਆਂ, ਹਰੇਕ ਚੀਜ਼ ਹੈ ਨਹੀਂ। ਤੁਹਾਨੂੰ ਵੀ ਪਤਾ, ਤੁਸੀਂ ਮੇਰੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਹੋ ਤੇ ਤੁਹਾਨੂੰ ਵੀ ਹਰ ਇੱਕ ਚੀਜ਼ ਦਾ ਗਿਆਨ ਹੈਗਾ ਆ। ਲੇਕਿਨ ਸਾਡੇ ਸਮਾਜ ਨੂੰ ਚਾਹੀਦਾ ਕਿ, ਔਰ ਗਾਣ ਵਾਲਿਆਂ ਨੂੰ ਚਾਹੀਦਾ ਕਿ ਇਦਾਂ ਦੇ ਜਿਹੜੇ ਗਾਣੇ ਆ ਨਾ, ਜਿਹੜੇ ਦੇਸ਼ ਨੂੰ, ਜਿਹੜੇ ਲੋਕਾਂ ਨੂੰ, ਸਮਾਜ ਨੂੰ ਵੰਡਣ, ਉਹ ਨਹੀਂ ਗਾਉਣੇ ਚਾਹੀਦੇ ਔਰ ਲਿਖਣੇ ਵੀ ਨਹੀਂ ਚਾਹੀਦੇ। ਤੇ ਮੈਂ ਇੰਨਾ ਹੀ ਕਹਿੰਦਾ ਹੋਇਆ, ਬਾਕੀ ਹੋਰ ਵੀ ਪਿੱਛੇ ਮੇਰੇ ਵੀਰ ਲਾਈਨ 'ਚ ਲੱਗੇ ਹੁੰਦੇ ਆ, ਇੰਨਾ ਹੀ ਕਹਿੰਦਾ ਹੋਇਆ, ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ ਜੀ, ਬਹੁਤ ਅੱਛਾ ਪ੍ਰੋਗਰਾਮ ਹੈ, ਕੀਪ ਇਟ ਅਪ। ਥੈਂਕ ਯੂ ਮਾਨ ਸਾਹਿਬ। ਇਹ ਤਾਂ ਸੀ ਮੇਰੇ ਵੀਰ ਪ੍ਰੇਮ ਮਾਨ ਹੋਣੀ ਲੰਡਨ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਆਪਣੇ ਨਾਲ ਸਾਰਿਆਂ ਨਾਲ ਸਾਂਝੇ ਕੀਤੇ। ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਗੱਲ ਕੀਤੀ, ਹਰ ਇੱਕ ਦੇ ਵਿਚਾਰ ਆਪਣੇ ਹੈਗੇ ਆ। ਜ਼ਰੂਰੀ ਨਹੀਂ ਹੈ ਲੈ ਵੀ ਕਾਂਚੀ ਟੈਲੀਵਿਜ਼ਨ 'ਤੇ ਮੈਂ ਉਹਨਾਂ ਨਾਲ ਸਹਿਮਤ ਹੋਵਾਂ ਜਾਣੀ ਕਿ ਜਾਂ ਅਸਹਿਮਤ ਹੋਵਾਂ। ਇਹ ਗੱਲ ਬਿਲਕੁਲ ਠੀਕ ਹੈਗੀ ਆ ਲੈ ਵੀ ਜਿਹੜੇ ਨਫ਼ਰਤਾਵਾਂ ਫੈਲਾਉਂਦੇ ਹੈਗੇ ਆ, ਪੁੱਤਰ ਮਿਲਦੇ ਮੇਵੇ ਰੱਬ ਹਰ ਇੱਕ ਨੂੰ ਦੇਵੇ ਤੇ ਕੁੜੀਆਂ ਕਿੱਥੇ ਜਾਣ, ਇਹੋ ਜਿਹਾ ਜਾਣੀ ਕਿ ਜੈਂਡਰ ਡਿਸਕ੍ਰਿਮੀਨੇਸ਼ਨ ਵੀ ਜਿਹੜੀ ਕਰਨੀ ਹੈ ਉਹ ਵੀ ਜਾਣੀ ਕਿ ਮੈਂ ਸਮਝਦਾ ਵੀ ਗਲਤ ਹੈਗੀ ਆ। ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ ਮੈਂ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਘਮ। ਹਾਂਜੀ ਚੌਹਾਨ ਸਾਹਿਬ, ਵੈਲਕਮ। ਕੀ ਕਹਿਣਾ ਚਾਹੁੰਦੇ ਆ? ਦੇਖੋ, ਜਿਹੜਾ ਅੱਜ ਆਪਣੇ ਵਿਸ਼ਾ ਸ਼ੁਰੂ ਕੀਤਾ ਸੀ ਵੀ ਅਸ਼ਲੀਲ ਗਾਇਕੀ, ਹਾਂਜੀ ਹਾਂਜੀ, ਕੱਲੀ ਅਸ਼ਲੀਲ ਗਾਇਕੀ ਨਹੀਂ ਵੀ ਜਾਣੀ ਕਿਸੇ ਵੀ ਲਿਖਤ ਦੇ ਵਿੱਚ ਜਿਹੜੀ ਮਾਨਵਤਾ ਦੇ ਵਿਰੁੱਧ ਕੋਈ ਗੱਲ ਲਿਖੀ ਜਾਂਦੀ ਹੈ, ਹਾਂਜੀ, ਜਾਣੀ ਉਹਦੇ ਵਿਰੁੱਧ ਸੰਘਰਸ਼ ਹੋਣਾ ਚਾਹੀਦਾ। ਬਿਲਕੁਲ ਬਿਲਕੁਲ, ਕਿਉਂਕਿ ਨਾਵਲਾਂ ਦੇ ਵਿੱਚ ਵੀ, ਲੇਖਾਂ ਦੇ ਵਿੱਚ ਵੀ, ਹੁਣ ਦੇਖੋ ਵੀ ਬੜੀ ਤਾਂ ਗੱਲ ਆ ਵੀ ਜੇ ਕੋਈ ਪ੍ਰੋਟੈਸਟ ਕਰੂਗਾ ਫਿਰ ਇਹਦਾ ਹੱਲ ਹੋਊਗਾ। ਹਾਂਜੀ ਹਾਂਜੀ,
ਕਿਉਂਕਿ ਮੈਂ ਪਾਸ਼ ਦਾ ਇੱਕ ਲੇਖ ਪੜ੍ਹਿਆ ਸੀ ਵੀ ਉਹਨੇ ਜਾਣੀ ਇੱਕ ਗਰੁੱਪ ਬਣਾਇਆ ਸੀ ਵੀ ਅਸ਼ਲੀਲ ਗਾਇਕੀ ਨੂੰ ਆਪਾਂ ਪਿੰਡ 'ਚ ਰੋਕੀਏ। ਹਾਂਜੀ ਹਾਂਜੀ ਪੜ੍ਹਿਆ ਮੈਂ ਵੀ ਉਹ। ਹਾਂਜੀ ਹਾਂਜੀ ਨਹੀਂ ਉਹ ਨਹੀਂ ਜਾਣੀ ਮੈਂ ਬੜਾ ਹੈਰਾਨ ਹੋਇਆ ਵੀ ਜਾਣੀ ਉਹਨੇ ਕਿਹਾ ਵੀ ਜਿਹੜਾ ਇਹ ਆਪਣੇ ਘਰ 'ਚ ਇਦਾਂ ਦੇ ਗਾਊਗਾ ਤਾਂ ਵੀ ਉਹਨੂੰ ਜੁਰਮਾਨਾ ਕਰਨਾ। ਉਹ ਫੇਲ ਹੋਏ ਜਾਣੀ। ਹਾਂਜੀ ਹਾਂਜੀ ਦੱਸਿਆ ਉਹਨੇ ਬੜਾ ਖੁੱਲ੍ਹ ਕੇ ਜਾਣੀ ਤੁਸੀਂ ਦੇਖੋ ਵੀ ਜਿਹੜਾ ਉਹਦੇ ਨਾਲ ਸੀਗਾ ਉਹਨੇ ਕਿਹਾ ਵੀ ਇਹ ਤਾਂ ਸਾਤੋਂ ਰੋਕ ਨਹੀਂ ਹੁੰਦਾ, ਉਹਨੇ ਜੁਰਮਾਨਾ ਦੇ ਦਿੱਤਾ, ਉਹ ਰੁਕੀ ਨਹੀਂ ਜਾਣੀ। ਦੇਖੋ ਪਹਿਲਾਂ ਬੜੀ ਤਾਂ ਗੱਲ ਹੈ ਵੀ ਲੋਕਾਂ ਦਾ ਜਿਹੜੀ ਸੋਚ ਹੈ ਇਦਾਂ ਦੀ ਹੋ ਗਈ ਆ ਵੀ ਉਹ ਇਦਾਂ ਦੇ ਸੁਣ ਕੇ ਖੁਸ਼ ਆ। ਹਾਂਜੀ ਪਰ ਹੁਣ ਅੱਜ ਦੇਖੋ ਇਹ ਜਿਹੜੀ ਚਰਚਾ ਹੋ ਰਹੀ ਆ ਵੀ ਪਹਿਲਾਂ ਤਾਂ ਬੜੀ ਗੱਲ ਆ ਵੀ ਜਿਹੜੇ ਅਪਮਾਨਿਤ ਸ਼ਬਦ ਆ ਉਹ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ ਵੀ ਉਹਨਾਂ ਨੂੰ ਇਦਾਂ ਦੇ ਸ਼ਬਦ ਹੀ ਨਹੀਂ ਜਾਣੀ ਪੈਦਾ ਕਰਨੇ ਚਾਹੀਦੇ, ਵਰਤਣੇ ਚਾਹੀਦੇ। ਹੁਣ ਜਿਹੜੇ ਆਪਾਂ ਭਾਰਤੀ ਸਮਾਜ ਦੀ ਗੱਲ ਕਰਦੇ ਆ ਵੀ ਕਿਸੇ ਨੂੰ ਸ਼ੂਦਰ ਬਣਾਤਾ, ਕਿਸੇ ਨੂੰ ਅਤੀ ਸ਼ੂਦਰ ਬਣਾਤਾ। ਬਿਲਕੁਲ ਬਿਲਕੁਲ। ਹੁਣ ਬਾਕੀ ਹੁਣ ਜਿਹੜੀ ਮੋਹਨਦਾਸ ਕਰਮਚੰਦ ਗਾਂਧੀ ਦੀ ਗੱਲ ਇਸ ਕਰਕੇ ਚੱਲੀ ਹੈ ਵੀ ਅੱਜ 2 ਅਕਤੂਬਰ ਆ। ਹਾਂਜੀ ਹਾਂਜੀ ਆਪਣੇ ਚੰਗਾ ਹੋਇਆ ਯਾਦ ਕਰਾਤਾ ਵੀ ਲਾਲ ਬਹਾਦਰ ਸ਼ਾਸਤਰੀ ਦੀ ਵੀ ਜਾਣੀ ਉਹਨਾਂ ਦਾ ਵੀ 2 ਅਕਤੂਬਰ ਸੀਗਾ। ਹਾਂਜੀ ਹਾਂਜੀ। ਪਰ ਹੁਣ ਉਹ ਦੇਖੋ ਵੀ ਮੈਂ ਜਿਹਨੀ ਲੋਕਾਂ ਨੂੰ ਉਹਨੂੰ ਜ਼ਰੂਰ ਸਨਮਾਨ ਕਰਨਾ ਉਹ ਜ਼ਰੂਰ ਕਰਨ, ਕਿਉਂਕਿ ਜਿਨ੍ਹਾਂ ਜਿਸ ਜਮਾਤ ਲਈ ਉਹ ਖੜਾ ਹੋਇਆ, ਜਿਸ ਵਰਗ ਲਈ ਉਹ ਲੜਦਾ ਰਿਹਾ, ਉਹਨੀ ਤਾਂ ਉਹਦੀ ਸ਼ਲਾਘਾ ਕਰਨੀ ਹੈ। ਹਾਂਜੀ ਹਾਂਜੀ। ਪਰ ਹੁਣ ਤੁਸੀਂ ਦੇਖੋ ਵੀ ਜਿਸ ਵੇਲੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਵੈਮਾਨ ਦੀ ਲੜਾਈ ਲੜੀ ਆ ਤਾਂ ਉਸ ਵੇਲੇ ਜਾਣੀ ਉਹਨੂੰ ਹੈਰਾਨ ਹੋ ਗਿਆ ਉਹ ਵੀ ਮੈਂ ਇਹਨਾਂ ਨੂੰ ਕੀ ਕਵਾਂ। ਵੀ ਅਤੀ ਸ਼ੂਦਰ ਤਾਂ ਜਾਣੀ ਮਨੂ ਨੇ ਕਹਿ ਦਿੱਤਾ ਸੀ। ਹੁਣ ਕੁਛ ਦੇਰ ਲਈ ਆਪਣੀਆਂ ਲਿਖਤਾਂ ਦੇ ਵਿੱਚ ਉਹ ਅਖਬਾਰ ਵੀ ਕੱਢਦਾ ਸੀ। ਹੁਣ ਪਹਿਲਾਂ ਪੰਚਵਾਂ ਯੂਜ਼ ਕੀਤਾ ਵੀ 5ਵੇਂ ਦਰਜੇ ਦੇ ਹਿੰਦੂ ਆ। ਫਿਰ ਉਹਦੇ ਮਨ ਚ ਆਈ ਵੀ ਇਹ ਕੁਝ ਢੁਕਮਾ ਨਹੀਂ ਤਾਂ ਫਿਰ ਉਹਨੂੰ ਹਰੀਜਨ ਸ਼ੁਰੂ ਕੀਤਾ। ਉਹਨੇ ਅਖਬਾਰ ਵੀ ਹਰੀਜਨ ਕੱਢੀ। ਤੁਸੀਂ ਦੇਖੋ ਵੀ ਮੈਂ ਤਾਂ ਹੈਰਾਨ ਆ ਵੀ ਤੂੰ ਜੇ ਉਦਾਂ ਦਾ ਸ਼ਬਦ ਯੂਜ਼ ਕਰ ਵੀ ਜਿਹੜਾ ਸਾਰੇ ਮਾਨਵਾਂ ਲਈ ਵਰਤਿਆ ਜਾਂਦਾ। ਹਾਂਜੀ ਹਾਂਜੀ। ਔਰ ਫਿਰ ਉਹਨੂੰ ਉਦਾਂ ਦੇ ਲੋਕ ਤਿਆਰ ਕੀਤੇ ਵੀ ਜਿਹੜੇ ਉਹਨਾਂ ਨੂੰ ਟਿਕਟਾਂ ਦੇਣੀਆਂ ਵੀ ਜਿਹੜੇ ਹਰੀਜਨ ਕਹਾ ਕੇ ਖੁਸ਼ ਆ। ਬਿਲਕੁਲ ਬਿਲਕੁਲ। ਉਹਨਾਂ ਨੂੰ ਤਾਂ ਜਿਹੜਾ ਹੈਗਾ ਹੋਮਲੈਸ ਤੱਕ ਬਣਾਤਾ। ਗੈਰਤ ਹੈ ਹੀ ਨਹੀਂ। ਹਾਂਜੀ ਹਾਂਜੀ। ਔਰ ਮੈਂ ਇੱਥੇ ਦੱਸਣਾ ਚਾਹੁੰਦਾ ਟਾਈਮ ਦੀ ਕਮੀ ਆ, ਇਹ ਗੱਲ ਇੰਡੀਆ ਹਾਊਸ ਦੀ ਆ। ਇੰਡੀਆ ਹਾਊਸ ਦੀ 1978 ਦੀ ਵਿੱਚ ਦੀ ਉੱਥੇ ਦੀ ਗੱਲ ਆ ਵੀ ਸਾਨੂੰ ਲੈਟਰ ਆਇਆ ਸੀ ਹਾਈ ਕਮਿਸ਼ਨ ਵੱਲੋਂ ਵੀ ਬਾਬੂ ਜਗਜੀਵਨ ਰਾਮ ਉੱਥੇ ਆ ਰਿਹਾ ਵੀ ਤੁਸੀਂ ਆਇਓ ਉੱਥੇ। ਅਸੀਂ ਉੱਥੇ 3 ਜਣੇ ਗਏ ਤਾਂ ਜਦ ਉਹਦੀ ਸਪੀਚ ਸੁਣੀ ਤਾਂ ਉਹ ਵਾਰ-ਵਾਰ ਖੁਦ ਆਪਣੇ ਆਪ ਨੂੰ ਹਰੀਜਨ ਕਹਾਵੇ। ਹਾਂਜੀ ਹਾਂਜੀ। ਉਹ ਜਦ ਕਹਿੰਦਾ ਰਿਹਾ ਤਾਂ ਸਾਰੇ ਜੀ ਐਵੇਂ ਤਾੜੀਆਂ ਮਾਰੀ ਜਾਣ। ਜਦੋਂ 3 ਵਾਰੀ ਕਿਹਾ ਤਾਂ ਮੈਂ ਉਹਨੂੰ ਰੋਕਿਆ। ਮੈਂ ਕਿਹਾ ਬਾਬੂ ਜੀ ਵੀ ਇਹ ਜਿਹੜਾ ਤੁਸੀਂ ਸ਼ਬਦ ਯੂਜ਼ ਕਰ ਰਹੇ ਆ ਵੀ ਠੀਕ ਹੈ। ਤਾਂ ਉਹਨੂੰ ਮੈਨੂੰ ਕੁਐਸਚਨ ਕੀਤਾ, ਕਹਿੰਦਾ ਵੀ ਜੇ ਹਰੀਜਨ ਨਾ ਕਹੂੰ ਤਾਂ ਔਰ ਕੀ ਕਹੂੰ। ਮੈਂ ਕਿਹਾ ਵੀ ਸੰਵਿਧਾਨ ਚ ਕੀ ਸ਼ਬਦ ਹੈ। ਹਾਂ ਬਿਲਕੁਲ। ਫਿਰ ਜਾਨੀ ਉਹ ਜਿਹੜਾ ਸੰਵਿਧਾਨ ਦਾ ਸ਼ਬਦ ਹੈ ਉਹਨੂੰ ਉਹੀ ਯੂਜ਼ ਕੀਤਾ। ਪਰ ਉਹਦੀ ਜਾਨੀ ਮਤਲਬ ਕੰਡ ਲੈ ਗਏ। ਹੁਣ ਤੁਸੀਂ ਦੇਖੋ ਉਹ ਇੱਕ ਮਿਨਿਸਟਰ ਸੀ, ਉਹਦਾ ਅਪਮਾਨ ਹੁੰਦਾ ਰਿਹਾ ਵੀ ਜੇ ਤੈਨੂੰ ਗਾਣੇ ਇਹ ਤੁਹਾਨੂੰ ਰੁਤਬਾ ਦੇ ਦਿੱਤਾ ਵੀ ਤੂੰ ਉਹਦਾ ਹੀ ਗੁਣ ਗਾਈ ਜਾਣੇ। ਔਰ ਇੱਥੇ ਮੈਂ ਬਹੁਤ ਦੱਸਣਾ ਜ਼ਰੂਰੀ ਚਾਹੁੰਦਾ ਵੀ ਜਿਸ ਵੇਲੇ ਪ੍ਰੇਮ ਚੰਦ ਦੀ ਮੌਤ ਹੋਈ ਆ, ਦੇਖੋ ਪ੍ਰੇਮ ਚੰਦ ਪਹਿਲਾਂ ਗਾਂਧੀ ਦੇ ਮਗਰ ਸੀਗਾ, ਕਿੱਡਾ ਵੱਡਾ ਲੇਖਕ ਸੀ। ਪਰ ਉਹਨੇ ਫਿਰ ਆਪ ਫੈਸਲਾ ਕਰ ਲਿਆ ਵੀ ਮੈਂ ਗਲਤ ਬੰਦੇ ਦੇ ਮਗਰ ਲੱਗਾ। 1936 ਦੇ ਵਿੱਚ ਉਹਨੇ ਫੈਸਲਾ ਕਰ ਲਿਆ ਵੀ ਮੈਂ ਹੁਣ ਇਹਦੇ ਮਗਰ ਨਹੀਂ। ਉਹਨੂੰ ਕਈ ਲੋਕਾਂ ਨੇ ਪੁੱਛਿਆ ਵੀ ਅੱਗੇ ਤਾਂ ਤੂੰ ਬਹੁਤ ਉਹਦੇ ਪ੍ਰਸ਼ੰਸਾ ਕਰਦਾ ਹੈ। ਉਹ ਕਹਿੰਦਾ ਵੀ ਮੈਨੂੰ ਪਤਾ ਲੱਗ ਗਿਆ। ਪਰ ਤੁਸੀਂ ਦੇਖੋ ਵੀ ਜਦ ਉਹਦੀ ਪ੍ਰੇਮ ਚੰਦ ਦੀ ਮੌਤ ਹੋਈ ਉਹ ਗਾਂਧੀ ਨੇ ਆਪਣੀਆਂ ਅਖਬਾਰਾਂ 'ਚ ਉਹਦਾ ਜ਼ਿਕਰ ਤੱਕ ਨਹੀਂ ਕੀਤਾ। ਥੋੜੇ ਬੰਦੇ ਸੀ ਉਹਦੇ ਪਿੱਛੇ ਲੱਗ ਪਿਆ ਸੀ ਬੋਲਣ। ਔਰ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਜੇ ਹੁਣ ਤੁਸੀਂ ਦੇਖੋ ਵੀ ਅਖਬਾਰ ਵੀ ਹਰੀਜਨ ਨੂੰ ਕੱਢਿਆ ਕਹਿੰਦਾ ਵੀ ਰਿਹਾ, ਪਰ ਜਦ ਉਹਦੀ ਮੌਤ ਹੋਈ ਆ ਉਸ ਤੋਂ ਬਾਅਦ ਉਹ ਅਖਬਾਰ ਹੀ ਬੰਦ ਹੋ ਗਿਆ, ਜਾਨੀ ਫੇਰ ਨਹੀਂ ਚੱਲਿਆ। ਔਰ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਵੀ ਜਾਨੀ ਜਿਸ ਵੇਲੇ ਮਾਨਵਰ ਕਾਂਸ਼ੀ ਰਾਮ ਨੇ ਪੂਨਾ ਪੈਕਟ ਦਾ ਵਿਰੋਧ ਕੀਤਾ, ਜਿਹੜੀ ਜਗ੍ਹਾ ਜਗ੍ਹਾ ਤੇ ਉਹਨੇ ਕਿਹਾ ਵੀ ਇਹ ਜਿਹੜਾ ਸ਼ਬਦ ਹੈ ਇਹ ਤਾਂ ਸਾਨੂੰ ਅਪਮਾਨਿਤ ਕਰਨ ਵਾਲਾ ਹੈ, ਤਾਂ ਉਹ ਜਾਨੀ ਇੰਦਰਾ ਗਾਂਧੀ ਨੂੰ ਕਾਨੂੰਨ ਬਣਾਉਣਾ ਪਿਆ ਪਾਰਲੀਮੈਂਟ 'ਚ। ਹਾਂਜੀ ਹਾਂਜੀ। 1982 ਦੇ ਵਿੱਚ ਦੋਨੇ ਹੀ ਹਾਊਸਾਂ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ 'ਚ ਕਾਨੂੰਨ ਬਣਾਇਆ ਵੀ ਅੱਜ ਤੋਂ
ਇਹ ਜਿਹੜਾ ਹਰੀਜਨ ਸ਼ਬਦ ਨਹੀਂ ਕਹਿਣਾ। ਔਰ ਹੁਣ ਦੇਖੋ ਵੀ ਜਿਹੜਾ ਕੋਈ ਸਾਲਦੇ ਆ ਵੀ ਤੁਸੀਂ ਕੁਝ ਲੋਕਾਂ ਨੂੰ ਕਹਿੰਦੇ ਆ ਵੀ ਇਹ ਜਿਹੜੇ ਮਤਲਬ ਉਹ ਲੋਕ ਆ ਜਿਨ੍ਹਾਂ ਦੇ ਬਾਪ ਦਾ ਪਤਾ ਨਹੀਂ। ਇਸ ਕਰਕੇ ਦੇਖੋ ਇਹ ਜਿਹੜੀ ਅੱਜ ਤੁਸੀਂ ਇਹ ਵਿਸ਼ਾ ਰੱਖਿਆ ਬਹੁਤ ਚੰਗਾ ਵਿਸ਼ਾ ਆ ਵੀ ਇਹ ਜਿਹੜੇ ਜਿੱਦਾਂ ਆਪਣੇ ਆਪ ਨੂੰ ਕਹੀ ਜਾਣਾ ਵੀ ਪੁੱਤ ਜੱਟਾਂ ਦੇ, ਵੀ ਇਹਦਾ ਮਤਲਬ ਹੈ ਜਿਹੜੀ ਬਾਕੀ ਦੁਨੀਆ ਉਹਦੀ ਕੋਈ ਕਦਰ ਹੀ ਨਹੀਂ ਹੈਗੀ। ਇਦਾਂ ਹੈ। ਔਰ ਔਰਤਾਂ ਬਾਰੇ ਗਲਤ ਗੱਲਾਂ ਕਰੀ ਜਾਣੀਆਂ ਵੀ ਉਹਦਾ ਲੱਕ ਇੰਨਾ ਹੋਣਾ ਚਾਹੀਦਾ, ਆ ਹੋਣਾ ਚਾਹੀਦਾ। ਔਰ ਦੇਖੋ ਵੀ ਇਹ ਜਿਹੜੇ ਗਾਇਕ ਆ ਉਹਨਾਂ ਨੂੰ ਵੀ ਸਮਝ ਚਾਹੀਦੀ ਆ, ਜੇ ਕੋਈ ਵੀ ਲਿਖਦੇ ਆ, ਚਾਹੇ ਗਾਣਾ ਆ, ਚਾਹੇ ਕੋਈ ਨਾਵਲ ਆ, ਚਾਹੇ ਹੋਰ ਕੋਈ ਲੇਖ ਆ, ਉਹਦੇ ਵਿੱਚ ਇਹ ਦੇਖਣਾ ਚਾਹੀਦਾ ਵੀ ਮਾਨਵਤਾ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਬਿਲਕੁਲ। ਪਰ ਵੱਡੀ ਤਾਂ ਗੱਲ ਹੈ ਵੀ ਜਿਹੜਾ ਲੋਕਾਂ ਦੇ ਨਾਲ ਇਹ ਹੁੰਦਾ ਉਹਨਾਂ ਨੂੰ ਬਗਾਵਤ ਕਰਨੀ ਪੈਣੀ ਹੈ। ਬਿਲਕੁਲ ਬਿਲਕੁਲ। ਜੇ ਉਹੀ ਚੁੱਪ ਕਰਕੇ ਕਹੀ ਜਾਣ ਤਾਂ ਫਿਰ ਤਾਂ ਹੋਣਾ ਹੀ ਹੈ। ਹੁਣ ਦੇਖੋ ਮੈਂ ਜਗਜੀਵਨ ਰਾਮ ਦੀ ਗੱਲ ਕੀਤੀ ਹੈ, ਉਹਨ ਜਾਨੀ ਸਾਰੀ ਜ਼ਿੰਦਗੀ ਉਹਦਾ ਅਪਮਾਨ ਹੋਇਆ। ਹਾਂਜੀ ਹਾਂਜੀ। ਔਰ ਉਹ ਤੁਸੀਂ ਦੇਖੋ ਵੀ ਉਹ ਕਾਂਗਰਸ ਨੇ ਉਹਨੂੰ ਲਿਆਂਦਾ ਸੀ, ਉਹ ਕਾਂਗਰਸ ਚੋਂ ਵੀ ਬਿਲਕੁਲ ਕੱਢ ਦਿੱਤਾ ਗਿਆ। ਇਦਾਂ ਹੀ ਜਦ ਉਹਦੀ ਮੌਤ ਹੋਈ ਹੈ ਤਾਂ ਉਹਦੀ ਆਪਣੀ ਜਗਜੀਵਨ ਰਾਮ ਕਾਂਗਰਸ ਸੀ, ਸਾਰਿਆਂ ਨੇ ਉਹਨੂੰ ਜਨਤਾ ਪਾਰਟੀ ਵਾਲਿਆਂ ਨੇ ਵੀ ਕੱਢ ਦਿੱਤਾ। ਇਸ ਕਰਕੇ ਜਿਨ੍ਹਾਂ ਲੋਕਾਂ ਦਾ ਅਪਮਾਨ ਹੁੰਦਾ ਉਹਨਾਂ ਨੂੰ ਚਾਹੀਦਾ ਵੀ ਇਹ ਤੁਹਾਨੂੰ ਆਪ ਹੀ ਸਨਮਾਨ ਦੀ ਲੜਾਈ ਲੜਨੀ ਪੈਣੀ ਹੈ। ਹਾਂਜੀ। ਔਰ ਔਰਤਾਂ ਨੂੰ ਵੀ ਲੜਨੀ ਪੈਣੀ ਹੈ। ਬਿਲਕੁਲ। ਮੈਂ ਤੁਹਾਡੇ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕਰਦਾ। ਇਹ ਜਾਨੀ ਜ਼ਰੂਰ ਜਿਹੜਾ ਸੰਘਰਸ਼ ਚੱਲਦਾ ਰਹਿਣਾ ਚਾਹੀਦਾ। ਔਰ ਅਸ਼ਲੀਲ ਗਾਇਕੀ, ਸ਼ਬਦਾਵਲੀ ਇਹ ਬਿਲਕੁਲ ਖਤਮ ਹੋਣੀ ਚਾਹੀਦੀ ਹੈ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ ਜੀ। ਇਹ ਤਾਂ ਸੀ ਮੇਰੇ ਵੀਰ ਚੌਹਾਨ ਸਾਹਿਬ, ਫਕੀਰ ਚੰਦ ਚੌਹਾਨ ਹੋਣੀ ਬਰਮਿੰਘਮ ਤੋਂ, ਜਿਨ੍ਹਾਂ ਨੇ ਫੋਨ ਕੀਤਾ। ਬਿਲਕੁਲ ਮੈਂ ਸਮਝਦਾ ਵੀ ਰਾਈਟਰਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਗਾਉਣ ਵਾਲਿਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਵੀ ਉਹੋ ਜਿਹੇ ਸ਼ਬਦ ਯਾਨੀ ਕਿ ਵਰਤਣ, ਕਿਉਂਕਿ ਸ਼ਬਦ ਇੱਕ ਇਹੋ ਜਿਹੇ ਹੈਗੇ ਜਿਹੜੇ ਡਿਨੋਟ ਕਰਦੇ ਹੈਗੇ ਤੁਸੀਂ ਕੀ ਕਹਿਣਾ ਚਾਹੁੰਦੇ ਆ, ਅਤੇ ਜੇ ਸ਼ਬਦ ਹੀ ਤੁਹਾਡੇ ਗਲਤ ਹੈਗੇ ਆ ਤਾਂ ਫਿਰ ਉਸ ਲਿਖਤ ਦਾ ਕੋਈ ਮੁੱਲ ਨਹੀਂ ਪੈਂਦਾ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ ਜੀ? ਡਾਕਟਰ ਸਾਹਿਬ ਜਗਦੀਸ਼ ਸਿੰਘ। ਹਾਂ ਜੀ ਜਗਦੀਸ਼ ਸਿੰਘ ਜੀ, ਤੁਹਾਡੀਆਂ ਐਬਸੈਂਟਾਂ ਬਹੁਤ ਲੱਗ ਗਈਆਂ, ਵੈਲਕਮ ਤੁਹਾਡਾ। ਆਈ ਐਮ ਵੈਰੀ ਸੌਰੀ, ਥੋੜਾ ਜਿਹਾ ਬਿਜ਼ੀ ਹੋ ਗਏ ਸੀਗੇ। ਹਾਂਜੀ ਹਾਂਜੀ। ਫੈਮਿਲੀ ਦੇ ਰੁਝੇਵਿਆਂ ਦੇ ਨਾਲ। ਹਾਂਜੀ ਹਾਂਜੀ। ਮੁੱਦੇ ਤੇ ਸਿੱਧੀ ਗੱਲ ਕਰਨੀ ਹੈ। ਗੀਤ ਸੰਗੀਤ ਹਿਰਦੇ ਅਤੇ ਰੂਹ ਦੀ ਖੁਰਾਕ ਮੰਨੀ ਜਾਂਦੀ ਹੈ, ਔਰ ਖਾਸ ਕਰਕੇ ਸ਼ਾਸਤਰੀ ਸੰਗੀਤ ਦਾ ਵਧੇਰੇ ਮਹਿਮਾ ਹੁੰਦੀ ਹੈ। ਬਿਲਕੁਲ ਬਿਲਕੁਲ। ਲੋਕ ਝੂਮ ਉੱਠਦੇ ਨੇ। ਹਾਂਜੀ ਹਾਂਜੀ। ਗੁਰਬਾਣੀ ਦੀ ਰਚਨਾ ਰਾਗਾ ਵਿੱਚ ਅੰਕਿਤ ਕੀਤੀ ਗਈ ਹੈ। ਐਬਸੋਲੂਟਲੀ। ਰਾਜੇ ਮਹਾਰਾਜਿਆਂ ਦੇ ਦਰਬਾਰ ਵਿੱਚ ਸੰਗੀਤ ਨਾਲ ਗਾਇਨ ਕਰਕੇ ਮਨੋਰੰਜਨ ਕੀਤਾ ਜਾਂਦਾ ਸੀ, ਇਨਾਮ ਦਿੱਤੇ ਜਾਂਦੇ ਸੀ, ਪ੍ਰਤੀਯੋਗਤਾ ਹੁੰਦੀ ਸੀ, ਜਿਵੇਂ ਕਿ ਤਾਨਸੈਨ, ਦੀਪਕ ਰਾਗ ਔਰ ਮੇਘ ਰਾਗ ਵਿਸ਼ੇਸ਼ ਸਨਮਾਨ ਪ੍ਰਾਪਤ ਕਰਦਾ ਰਿਹਾ ਹੈ ਤਾਨਸੈਨ ਦਾ। ਲਓ ਜੀ, ਹੁਣ ਆਏ ਵਿਗਿਆਨਕ ਵਿਕਾਸ ਨਾਲ ਜਿੱਥੇ ਆਧੁਨਿਕ ਸਾਜ਼ਾਂ ਦਾ ਪ੍ਰਯੋਗ ਹੋਣ ਲੱਗਿਆ, ਉਸ ਦੇ ਨਾਲ ਨਾਲ ਗੀਤਾਂ ਦੀ ਰਚਨਾ ਵਾਲੇ, ਲਿਰਿਕਸ ਲਿਖਣ ਵਾਲੇ ਵੀ ਆਧੁਨਿਕ ਢੰਗ ਅਪਣਾਉਣ ਲੱਗੇ। ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀ ਆ, ਬੀਨ ਨਾ ਵਜਾਈ ਮੁੰਡਿਆ, ਤੇਰੀ ਕਣਕਾਂ ਦੀ ਰਾਖੀ ਮੈਂ ਨਹੀਂ ਵਹਿੰਦੀ, ਗੜਵਾ ਲੈ ਦੇ ਚਾਂਦੀ ਦਾ ਵਰਗੇ ਸ਼ਬਦਾਂ ਦੀ ਥਾਂ ਲੈ ਲਈ ਮੋਬਾਈਲ ਫੋਨਾਂ ਦੀ ਵਰਤੋਂ, ਸਪੋਰਟਸ ਕਾਰਾਂ, ਕਚਹਿਰੀਆਂ ਵਿੱਚ ਮੇਲੇ, ਬੰਦੂਕਾਂ, ਪਿਸਤੌਲਾਂ, ਸ਼ਰਾਬ, ਚਿੱਟਾ, ਨਸ਼ਾ। ਏਦਾਂ ਲੱਗਦਾ ਸੀਗਾ ਵੀ ਜਦੋਂ ਬਦਲਾਅ ਆਇਆ ਨਾ, ਤੇ ਇਹ ਮਾਡਰਨ ਯੁੱਗ ਦਾ ਜਿਹੜਾ ਆਧੁਨਿਕ ਯੁੱਗ ਦਾ ਬਦਲਾਅ ਆਇਆ, ਇਹ ਸਾਜ਼ ਵੀ ਨਵੇਂ ਲਿਆਂਦੇ ਤੇ ਇਹਨੇ ਸ਼ਬਦਾਵਲੀ ਔਰ ਲਿਖਣ ਵਾਲੇ ਵੀ ਗਾਉਣ ਵਾਲੇ ਵੀ ਵਜਨਦਾਰ ਲਿਰਿਕਸ ਅਤੇ ਸ਼ਾਇਰੀ ਨਾਲ ਸਜਾਏ ਸਵਾਰੇ ਗੀਤ ਅਲੋਪ ਹੋ ਗਏ। ਗਾਇਕ ਵੀ ਸੁਰੀਲੀ ਆਵਾਜ਼ ਦੀ ਥਾਂ ਚਟਕੀਲੇ ਢੰਗ ਨਾਲ ਗਾਉਣ ਲੱਗ ਪਏ। ਦੇਖੋ ਜਿਹੜਾ ਗਾਉਣ ਦਾ ਅੰਦਾਜ਼ ਹੁੰਦਾ ਨਾ, ਉਹਦੇ ਤੇ ਉਹਦਾ ਵੀ ਬੜਾ ਅਸਰ ਹੁੰਦਾ, ਬਹੁਤ ਵੱਡਾ ਅਸਰ ਪੈਂਦਾ ਜੀ, ਗਾਇਆ ਕਿੱਦਾਂ। ਅੱਛਾ, ਸੱਭਿਅਤਾ ਖਤਮ ਹੋ ਗਈ, ਸੱਭਿਅਕ ਗੀਤ ਸੰਗੀਤ ਅਤੇ ਗਾਇਕੀ ਅਲੋਪ ਹੋ ਗਈ। ਬਾਕੀ ਦਾ ਬੇੜਾ ਬਿਠਾ ਦਿੱਤਾ ਵੀਡੀਓਗ੍ਰਾਫੀ ਨੇ। ਘੱਟ ਤੋਂ ਘੱਟ ਕੱਪੜੇ ਪਾ ਕੇ ਨੱਚਦੀਆਂ ਨਰਤਕੀਆਂ ਕੇਵਲ ਗੀਤ ਗਾਉਣ ਲਈ ਬੁੱਲ੍ਹੇ ਨਹੀਂ ਹਿਲਾਉਂਦੀਆਂ, ਆਪਣੇ ਸਰੀਰ ਨੂੰ ਵੀ ਹਿਲਾਉਂਦੀਆਂ ਨੇ, ਮਟਕਾ ਕੇ ਐਕਸ਼ਨ ਕਰਦੀਆਂ ਨੇ। ਅੱਛਾ, ਸੰਗੀਤ ਸੁਣਨ ਲਈ ਘੱਟ ਰਹਿ ਗਿਆ ਤੇ ਦੇਖਣ ਲਈ ਵੱਧ ਰਹਿ ਗਿਆ। ਜਿੰਨਾ ਚਿਰ ਵੀਡੀਓ ਨਹੀਂ ਨਾ ਹੈਗਾ, ਉਹਨਾਂ ਚਿਰ ਉਹਦਾ ਜਿਹੜਾ ਵੀ ਉਹ ਕਹਿ ਰਹੇ ਹੁੰਦੇ ਨੇ, ਜਿਵੇਂ ਸ਼ਬਦਾਵਲੀ ਉਹਨਾਂ ਦੀ ਹੁੰਦੀ ਹੈ ਨਾ, ਉਹਨਾਂ ਚਿਰ ਉਹਦਾ ਪੂਰਾ ਅਸਰ ਨਹੀਂ ਹੁੰਦਾ ਜਿੰਨਾ ਚਿਰ ਉਹਦੇ ਵੀਡੀਓਗ੍ਰਾਫਰ ਨਾ ਬਣ ਜਾਵੇ। ਹੁਣ ਇਹ ਕਸੂਰ ਕਿਹਦਾ ਹੈਗਾ? ਇਹ ਇੱਕ ਬਹੁਤ ਮੁਸ਼ਕਿਲ ਮਸਲਾ ਹੈ। ਕਸੂਰ ਬਣਾਉਣ ਵਾਲੇ ਦਰਸ਼ਕਾਂ ਦਾ ਕੱਢਦੇ ਨੇ ਵੀ ਜੋ ਸਾਡੀ ਕੋਈ ਪਬਲਿਕ ਡਿਮਾਂਡ ਕਰਦੀ ਜਿਸ ਤੋਂ ਉਹ ਬਣਾਈ ਜਾਂਦੇ ਆ। ਦਰਸ਼ਕ ਬਣਾਉਣ ਵਾਲੇ ਦਾ ਕੱਢਦੇ ਨੇ। ਦਰਸ਼ਕਾਂ ਦੀ ਮੈਂ ਕਹੂੰਗਾ ਜ਼ਿਆਦਾ ਪ੍ਰੋਬਲਮ ਬਣਾ ਰਹੇ ਉਹ,
ਜੇ ਉਹ ਗੀਤ ਸੁਣਨਾ ਹੀ ਨਾ ਇਹ ਜੇ, ਮੈਂ ਮਹਿਸੂਸ ਕਰਦਾ ਜਾਂ ਤੁਸੀਂ ਉਹਨਾਂ ਨੂੰ ਬਾਈਕਾਟ ਕਰ ਦਿਓ ਤੇ ਕੰਟਰੋਲ ਤਾਂ ਦਰਸ਼ਕਾਂ ਦੇ ਹੱਥ ਵਿੱਚ ਹੈ। ਜੋ ਕਹਿਣਗੇ ਜੀ ਅਸੀਂ ਨਹੀਂ ਇਹ, ਔਰ ਸਰਕਾਰਾਂ ਚੁੱਪ ਕਰਕੇ ਬੈਠੀਆਂ, ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਵੀ ਜੋ ਬਈ ਜੇ ਉਹਨਾਂ ਨੂੰ ਰੈਵਨਿਊ ਆ ਰਿਹਾ ਉਹ ਕਹਿੰਦੇ ਵੀ ਸਾਨੂੰ ਨਹੀਂ ਫਰਕ ਪੈਂਦਾ, ਜੋ ਮਰਜ਼ੀ ਹੋਏ ਜਾਵੇ। ਲੇਕਿਨ ਜਿਹੜਾ ਸਮਾਜ ਦਾ ਸਟਰਕਚਰ ਹੈ ਉਹਦੇ ਵਿੱਚ ਆਉਣ ਵਾਲੀਆਂ ਪਨੀਰੀਆਂ ਜਿਹੜੀਆਂ ਉਹ ਸੋਚਦੀਆਂ ਨੇ ਵੀ ਇਹ ਸ਼ਾਇਦ ਨਾਰਮਲ ਹੀ ਹੈ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਪਰ ਮੈਨੂੰ ਲੱਗਦਾ ਕਦੇ ਨਾ ਕਦੇ ਟ੍ਰੈਂਡ ਬਦਲੂਗਾ। ਟ੍ਰੈਂਡ ਜਿਹੜੇ ਨਾ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ ਹੁੰਦੇ। ਹਾਂਜੀ ਹਾਂਜੀ। ਲੋਕਾਂ ਦਾ ਪ੍ਰਤੀਕਰਨ ਬਦਲੂਗਾ, ਲੋਕਾਂ ਦੀ ਸੋਚ ਬਦਲੂਗੀ। ਔਰ ਜਿਵੇਂ ਤੁਸੀਂ ਹੁਣ ਜ਼ੋਰ ਲਾ ਰਹੇ ਹੋ, ਅਸੀਂ ਤੁਹਾਡੇ ਨਾਲ ਰਲ ਕੇ ਜ਼ੋਰ ਲਾ ਰਹੇ ਹਾਂ। ਅਸੀਂ ਪ੍ਰਚਾਰ ਕਰ ਰਹੇ ਹਾਂ ਕਿ ਬਈ ਇਹ ਜਿਹੜਾ ਤੁਸੀਂ ਇਹ ਕਰਦੇ ਹੋ ਇਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਘੜੀ ਦੀ ਘੜੀ ਦਾ ਤੁਸੀਂ ਮਨੋਰੰਜਨ ਵਾਸਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਔਰ ਉਹਨਾਂ ਦੇ ਜਿਹੜੇ ਕਰੈਕਟਰ ਹੈ ਉਹਨਾਂ ਨੂੰ ਤੁਸੀਂ ਬਹੁਤ ਠੇਸ ਨੁਕਸਾਨ ਪਹੁੰਚਾ ਰਹੇ ਹੋ। ਬਸ ਇੰਨੇ ਲਫ਼ਜ਼ ਕਹਿੰਦਾ ਹੈ। ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ, ਫਿਰ ਵੀ ਤੁਹਾਡਾ ਇੰਤਜ਼ਾਰ ਰਹੂਗਾ। ਥੈਂਕ ਯੂ ਵੈਰੀ ਮਚ, ਹੈਵ ਅ ਗੁੱਡ ਡੇ। ਇਹ ਤਾਂ ਸੀ ਜੀ ਮੇਰੇ ਵੀਰ ਜਗਜੀਤ ਸਿੰਘ ਹੋਣੀ ਗਲਾਸਗੋ ਤੋਂ, ਸਕਾਟਲੈਂਡ ਤੋਂ, ਜਿਨ੍ਹਾਂ ਨੇ ਫੋਨ ਕੀਤਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਕਿਉਂਕਿ ਜਿਹੜੀ ਅਸ਼ਲੀਲ ਗਾਇਕੀ ਹੈਗੀ ਆ ਇਹ ਬਹੁਤ ਹੀ ਭੈੜੀ है। हेलो जी, कौन थे जी, कितने बोल रहे हैं जी? वैनकूवर से। हाँ जी मल्होत्रा साहब, खुशीराम जी, वेलकम। हाँ जी, आपका हार्दिक अभिनंदन। थैंक यू जी, थैंक यू। एज यूजुअल आपका जो ये ऐसे था बहुत ही फुल ऑफ इंफॉर्मेशन और फुल ऑफ एजुकेशन था। ये बहुत ही टाइमली है क्योंकि कुछ अरसे से ये बीमारी बहुत ज्यादा बढ़ रही है। मैं वैनकूवर से बोल रहा हूँ और ये सिर्फ भारत में ही नहीं बल्कि ये कनाडा में भी हो गया है। और मेरा ख्याल है कि जो भी खराबी इस वक्त पंजाबी समाज में है, मॉरली करप्शन के तौर पर या काम वगैरह ना करने की रुचि, इसका मेन कारण यही है जो है हमारा जो गीत संगीत का जो रुझान है वो खराबी पैदा करने वाला ही है। और मेरे को खास तौर पर इसमें जो जटवाद है ना, उससे बहुत ज्यादा मेरे को दुख होता है क्योंकि ये उन लोगों को फॉल्स प्राइड देता है और उनको रॉन्ग डायरेक्शन में उनकी वो रुचियां पैदा करता है। और जो छोटी जिसे हम निम्न जातियां कहते हैं उनके लिए नमोशी का कारण है। और मेरे को इस बात पर बहुत दुख होता है और बड़े अफसोस की बात है कि पंजाब में इसके बरखिलाफ कोई प्रोटेस्ट नहीं हो सकता इवन ऑन जात ग्राउंड कि ये क्यों एक जात को बहुत ज्यादा ऊंचा उठाया जा रहा है और उनको फॉल्स डायरेक्शन की तरफ उनको ले जाया जा रहा है। मेरे में ज्यादा बोलने की हिम्मत नहीं है। आपका ये ऐसे बहुत ही बढ़िया था और मेरे को ऑलमोस्ट मोर देन हाफ एन आवर टेलीफोन पर वेट करना पड़ा। खैर इसमें किसी कोई कसूर नहीं है। थैंक यू वेरी मच। थैंक यू वेरी मच। ਇਹ ਤਾਂ ਸੀ ਜੀ ਮੇਰੇ ਵੀਰ ਖੁਸ਼ੀਰਾਮ ਜੀ ਜਿਹੜੇ ਕਿ 103 ਸਾਲ ਦੇ ਹੈਗੇ ਆ ਤੇ ਹਜੇ ਵੀ ਅਲਰਟ ਹੈਗੇ ਆ। ਆਈ ਐਮ ਵੈਰੀ ਪ੍ਰਾਊਡ ਆਫ ਹਿਮ, ਸਲੂਟ ਟੂ ਯੂ। ਹਜੇ ਮੇਰੇ ਤੋਂ ਰਿਟਾਇਰਮੈਂਟ ਹੈਗੇ ਆ, ਯਾਨੀ ਕਿ ਜੇ ਤੁਸੀਂ ਵੀ ਗੱਲ ਕਰਨੀ ਚਾਹੁੰਦੇ ਆ ਕਿਉਂਕਿ ਟਾਈਮ ਸਾਡੇ ਤੋਂ ਬਹੁਤ ਘੱਟ ਰਹਿ ਗਿਆ ਤੇ ਮੈਂ ਚਾਹੁੰਦਾ ਵੀ ਇੱਥੇ ਵੱਧ ਤੋਂ ਵੱਧ ਜਿਹੜੀ ਗੱਲ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ ਮੈਂ ਪੁਰਸ਼ੋਤਮ ਬੋਲ। ਹਾਂ ਜੀ ਪੁਰਸ਼ੋਤਮ ਭਾਜੀ, ਕੀ ਕਹਿਣਾ ਚਾਹੁੰਦੇ ਆ? ਪਹਿਲਾਂ ਤਾਂ ਡਾਕਟਰ ਸਾਹਿਬ ਜੀ ਇਹ ਜਿਹੜਾ ਤੁਹਾਡਾ ਅੱਜ ਦਾ ਵਿਸ਼ਾ ਆ ਨਾ, ਹਾਂਜੀ, ਇਹ ਬਹੁਤ ਟਾਈਮਲੀ ਆ। ਥੈਂਕ ਯੂ ਜੀ, ਥੈਂਕ ਯੂ। ਬਹੁਤ ਟਾਈਮਲੀ ਆ। ਔਰ ਮੈਂ ਦੇਖਿਆ ਕਿ ਜਿਹੜਾ ਅਸੀਂ ਦੇਖਦੇ ਹਾਂ ਕਿ ਪੰਜਾਬੀ ਦੇ ਵਿੱਚ ਹੀ ਮੈਂ ਦੇਖਦਾ ਕਿ ਇਹ ਜਿਹੜੇ ਗਾਉਣ ਵਾਲੇ ਆ, ਲਿਖਣ ਵਾਲੇ ਆ ਤੇ ਸੁਣਨ ਵਾਲੇ ਵੀ ਆ ਜਿਹੜੇ ਨਾ, ਉਹਨਾਂ ਨੇ ਤਾਂ ਜਿਹਨਾਂ ਦੀ ਉਹ ਜਾਤ ਜਿਹੜੀ ਦੱਸਦੇ ਆ ਉਹਨਾਂ ਲਈ ਤਾਂ ਬਹੁਤ ਸੋਹਣਾ ਲਿਖਿਆ ਹੋਣਾ, ਉਹ ਤਾਂ ਬਹੁਤ ਖੁਸ਼ ਹੁੰਦੇ ਆ। ਪਰ ਜਿਹੜੀ ਮੈਜੋਰਿਟੀ ਉਹ ਤੋਂ ਬਾਅਦ ਜਿਹੜੀ ਦੂਸਰੇ ਹੋ ਜਾਂਦੀ ਉਹ ਦੁਖੀ ਹੁੰਦੇ ਆ। ਹਾਂਜੀ ਹਾਂਜੀ, ਉਹ ਦੁਖੀ ਹੁੰਦੇ ਆ। ਇਹਦੇ ਵਾਸਤੇ ਮੈਂ ਦੇਖਿਆ ਕਿ ਇਹ ਰੈਸ਼ਲਿਸਟ ਐਕਟ ਆ ਔਰ ਇਹਦੇ ਵਾਸਤੇ ਨਾ ਤਾਂ ਇੱਥੇ ਦੀਆਂ ਸਰਕਾਰਾਂ ਐਕਟ ਕਰਦੀਆਂ ਆ ਤੇ ਇਹਦੇ ਲਈ ਮੈਂ ਦੇਖਿਆ ਕਿ ਇੱਕ ਪ੍ਰਾਈਵੇਟ ਫੋਰਮ ਖੋਲ੍ਹਣਾ ਚਾਹੀਦਾ ਆ। ਹਾਂਜੀ ਹਾਂਜੀ, ਜਿਹੜਾ ਪ੍ਰੋਟੈਸਟ ਕਰੇ, ਜਿਹੜਾ ਪ੍ਰੋਟੈਸਟ ਕਰਕੇ ਉਹ ਸਰਕਾਰ ਨੂੰ ਵੀ ਆਪਣਾ ਮੈਮੋਰੰਡਮ ਦੇਵੇ ਕਿ ਸਾਨੂੰ ਆਹ ਤਕਲੀਫ ਹੋ ਰਹੀ ਹੈ। ਇਹਨਾਂ ਦੇ ਖਿਲਾਫ ਲੀਗਲ ਐਕਸ਼ਨ ਵੀ ਲਿਆ ਜਾ ਸਕਦਾ।
ਇਹਨਾਂ ਤੋਂ ਐਕਸ਼ਨ ਲੈਣਾ ਚਾਹੀਦਾ। ਔਰ ਇਹ ਜਿਹੜੇ ਗਾਉਣ ਵਾਲੇ ਆ, ਲਿਖਣ ਵਾਲੇ ਆ, ਜਦੋਂ ਆਪਣੇ ਦੇਸ਼ ਚੋਂ ਇੱਥੇ ਆਉਂਦੇ ਆ ਇਹਨਾਂ ਨੂੰ ਬੈਨ ਕਰਨਾ ਚਾਹੀਦਾ ਆ, ਕਿਉਂਕਿ ਰੈਸ਼ਨਲਿਜ਼ਮ ਫੈਲਾਉਂਦੇ ਆ। ਔਰ ਮੈਂ ਦੇਖਿਆ ਕਿ ਇਹਦੇ ਵਿੱਚ ਕੋਈ ਇਹ ਮੈਸੇਜ ਕੋਈ ਸਿੱਧਾ ਕੋਈ ਦਿੰਦੇ ਨਹੀਂ ਹੈ, ਇਹ ਸਿਰਫ ਇੱਕ ਆਪਣੀ ਇੱਕ ਜਿਹੜੀ ਆ ਬਰਾਦਰੀ ਆ ਨਾ ਉਹਨੂੰ ਹੀ ਖੁਸ਼ ਕਰਦੇ ਆ, ਬਾਕੀ ਦਿਆਂ ਨੂੰ ਨਹੀਂ ਖੁਸ਼ ਕਰਦੇ। ਇਹਨੂੰ ਜ਼ਰੂਰ ਇਹਦਾ ਜਿਹੜਾ ਤੁਹਾਡਾ ਟੌਪਿਕ ਆ ਇਹਦੇ ਨਾਲ ਮੈਨੂੰ ਲੱਗਦਾ ਇੱਕ ਫੋਰਮ ਨੇ ਜਨਮ ਲੈਣਾ ਆ। ਥੈਂਕ ਯੂ ਭਾਜੀ, ਬਿਲਕੁਲ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ। ਟਾਈਮ ਇਹ ਤੋਂ ਬਿਲਕੁਲ ਖਤਮ ਹੋ ਗਿਆ, ਕੁਝ ਸੈਕਿੰਡ ਹੀ ਰਹਿ ਗਏ ਹੈਗੇ ਆ। ਮੈਂ ਸਾਰੇ ਕਾਲਜ ਦਾ ਇੱਕ ਵਾਰੀ ਫੇਰ ਤਹਿ ਦਿਲ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਡਿਸਕਸ਼ਨ ਦੇ ਵਿੱਚ ਬਹੁਤ ਹਿੱਸਾ ਲਿਆ, ਅਤੇ ਉਹਨਾਂ ਤੋਂ ਮੈਂ ਹੁਣੇ ਮਾਫੀ ਮੰਗ ਰਿਹਾ ਜਿਹੜੀਆਂ ਕਾਲਸ ਪਿੱਛੇ ਵੇਟ ਕਰ ਰਹੀਆਂ ਸੀਗੀਆਂ, ਮੈਂ ਉਹਨਾਂ ਨੂੰ ਲੈ ਨਹੀਂ ਸਕਿਆ। ਅਗਲੇ ਹਫ਼ਤੇ ਤੁਹਾਡੇ ਲਈ ਕੋਈ ਹੋਰ ਇਹੋ ਜਿਹਾ ਵਿਸ਼ਾ ਲੈ ਕੇ ਆਊਂਗਾ ਜਿਹੜਾ ਕਿ ਤੁਹਾਡੇ ਨਾਲ ਅਤੇ ਮੇਰੇ ਨਾਲ ਵਾਬਸਤਾ ਹੋਊਗਾ, ਜਿਹੜਾ ਕਿ ਵਿਲੱਖਣ ਕਿਸਮ ਦਾ ਯਾਨੀ ਕਿ ਵਿਸ਼ਾ ਹੋਊਗਾ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ। ਅਤੇ ਇਹੋ ਜਿਹੇ ਵਿਸ਼ਿਆਂ ਬਾਰੇ ਮੈਂ ਸਮਝਦਾ ਵੀ ਗੱਲ ਹੁੰਦੀ ਰਹਿਣੀ ਚਾਹੀਦੀ ਹੈ, ਜਿੱਥੇ ਵੀ ਯਾਨੀ ਕਿ ਤੁਹਾਨੂੰ ਲੱਗਦਾ ਵੀ ਔਰਤਾਂ ਪ੍ਰਤੀ ਖਿਲਾਫ ਗੱਲ ਹੋ ਰਹੀ ਆ, ਜਾਤ ਪਾਤ ਦੀ ਗੱਲ ਹੋ ਰਹੀ ਹੈ, ਨਫ਼ਰਤ ਯਾਨੀ ਕਿ ਫੈਲਾ ਰਿਹਾ ਹੈ ਸੰਗੀਤ, ਉਹਦਾ ਜੇ ਤੁਸੀਂ ਪ੍ਰੋਟੈਸਟ ਨਹੀਂ ਕਰਦੇ ਇਟ ਮੀਨਸ ਤੁਸੀਂ ਉਹਨੂੰ ਸਪੋਰਟ ਕਰ ਰਹੇ ਹੈਗੇ ਆ। ਅਤੇ ਇਸ ਕਰਕੇ ਸਾਨੂੰ ਬਹੁਤ ਜ਼ਰੂਰੀ ਹੈਗਾ ਵੀ ਅਸੀਂ ਵੱਧ ਤੋਂ ਵੱਧ ਪ੍ਰੋਟੈਸਟ ਕਰੀਏ। ਹੈਵ ਅ ਗੁੱਡ ਡੇ ਐਂਡ